ਹੁਣ ਕਿਹਾ ਇਹ ਜਾ ਰਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਮਨ ਕੀ ਬਾਤ ਕਰਨ ਜਾ ਰਹੇ ਨੇ। ਜਿੰਨੇ ਕਿਸਾਨ ਨੇ ਜਾਂ ਜਿੱਥੇ ਜਿਹੜੇ ਲੋਕ ਬੈਠੇ ਨੇ ਜਿਹੜੇ ਕਿ ਇਸ ਅੰਦੋਲਨ ਨੂੰ ਸਪੋਰਟ ਕਰਦੇ ਨੇ, ਉਹ ਪ੍ਰਧਾਨ ਮੰਤਰੀ ਦੇ ਮਨ ਕੀ ਬਾਤ ਜਦੋਂ ਸ਼ੁਰੂ ਹੋਏਗੀ, ਜਦੋਂ ਲਾਈਵ ਚੱਲੇਗਾ, ਤਾਂ ਉਸ ਵੇਲੇ ਜਿਹੜੇ ਨੇ ਭਾਂਡੇ ਜਿਹੜੇ ਨੇ ਬਰਤਨ ਖੜਕਾਉਣ, ਯਾਨੀ ਕਿ ਥਾਲੀਆਂ ਖੜਕਾਉਣ, ਜਿਵੇਂ ਕਿ ਪ੍ਰਧਾਨ ਮੰਤਰੀ ਨੇ ਇਹ ਟ੍ਰੈਂਡ ਪਿੱਛੇ ਜੇ ਚਲਾਇਆ ਸੀ ਜਦੋਂ ਕੋਰੋਨਾ ਸ਼ੁਰੂ ਹੋਇਆ ਸੀ। ਤਾਂ ਕਿ ਅਜੇ ਤੱਕ ਤੁਸੀਂ ਜਿਹੜਾ ਕਿਸਾਨ ਅੰਦੋਲਨ ਦੇ ਵਿੱਚ ਦਿੱਲੀ ਕਿਉਂ ਨਹੀਂ ਪਹੁੰਚੇ, ਦੇਰੀ ਕਿਉਂ ਹੋ ਗਈ ਤੇ ਹੁਣ ਕਦੋਂ ਜਾ ਰਹੇ ਹੋ? ਸਹੀ, ਬੜੀ ਜਲਦੀ, ਬਸ 3-4 ਦਿਨ ਦੇ ਵਿੱਚ ਮੈਂ ਵੀ ਪਹੁੰਚ ਰਿਹਾ, ਲੇਕਿਨ ਫਿਜ਼ੀਕਲੀ ਇੱਥੇ ਆ। ਅਦਰਵਾਈਜ਼ ਅਸੀਂ ਸਾਰੇ ਜਿਹੜੇ ਹੈਗੇ ਆ, ਜਿੰਨੇ ਵੀ ਬਾਹਰਲੇ ਮੁਲਕਾਂ 'ਚ ਬੈਠੇ ਆ, ਸਾਰੇ ਉੱਥੇ ਆ। ਥੋੜਾ ਪੰਗਾ ਹੈਗਾ ਕਿ ਜੀ ਪਹਿਲਾਂ ਕਰੋਨਾ ਟੈਸਟ ਕਰਾ ਕੇ ਜਾਓ ਜੀ ਇੱਥੋਂ, ਫਿਰ ਉਹਦੀ ਡੇਟ ਲੈ ਕੇ ਫਿਰ ਤਾਂ 72 ਘੰਟੇ ਦਾ ਇੱਕ ਪ੍ਰੋਸੀਜਰ ਹੈਗਾ ਕਿ 72 ਘੰਟੇ ਦੇ ਵਿੱਚ ਤੁਸੀਂ ਇੰਡੀਆ ਪਹੁੰਚਣੇ ਚਾਹੀਦੇ ਆ। ਮੈਨੂੰ ਤਾਂ ਹੁਣ ਹੀ ਪਤਾ ਲੱਗਿਆ ਕਰਕੇ, ਉੱਥੇ ਤੇ ਅਸੀਂ ਕਰੋਨਾ ਮਾਰਤਾ ਇੰਡੀਆ 'ਚ ਤਾਂ ਅਸੀਂ। ਨਛੱਤਰ ਜੀ, ਕਿੰਨੇ ਕੁ ਦਿਨਾਂ ਦੀ ਤਿਆਰੀ ਖਿੱਚੀ ਹੈ? ਤੁਹਾਨੂੰ ਕੋਈ ਅੰਦਾਜ਼ਾ ਹੈ ਵੀ ਕਿੰਨੇ ਦਿਨ ਉੱਥੇ ਬੈਠਣਾ ਪੈ ਸਕਦਾ ਹੈ ਜੇ ਅੰਦੋਲਨ ਹੋਇਆ? ਤੁਹਾਡੀ ਆਪਣੀ ਤਿਆਰੀ ਕਿੰਨੇ ਦਿਨਾਂ ਦੀ? ਜਿੰਨੇ ਦਿਨ ਮਰਜ਼ੀ, ਇੱਕ ਪਾਸੇ ਦੀ ਟਿਕਟ ਲੈ ਕੇ ਚੱਲੇ ਆ, ਜਿੰਨੇ ਦਿਨ ਮਰਜ਼ੀ ਬੈਠਣਾ ਪਏ। ਸਤਿ ਸ਼੍ਰੀ ਅਕਾਲ ਜੀ, ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਹਿਰੀ ਹਰ ਦਿਨ ਸਵੇਰੇ ਜਿਹੜੀ ਹੈ ਤੁਹਾਡੇ ਨਾਲ ਸ਼ੁਰੂ ਕਰਦੀ ਆਪਣੀ ਸਵੇਰ, ਔਰ ਮੁਖਾਤਿਬ ਹੁੰਦੀਆਂ ਤੁਹਾਡੇ ਸਾਰਿਆਂ ਦੇ। ਜਿਹੜੇ ਲੋਕ ਜਿਨ੍ਹਾਂ ਦਾ ਦਿਨ ਇਸ ਵੇਲੇ ਸਾਡੇ ਨਾਲ ਚੜਿਆ ਉਹਨਾਂ ਨੂੰ ਗੁੱਡ ਮਾਰਨਿੰਗ, ਤੇ ਬਾਕੀ ਜਿਹੜੇ ਲੋਕ ਹੋਰ ਮੁਲਕਾਂ ਦੇ ਵਿੱਚ ਨੇ, ਖਾਸ ਕਰਕੇ ਭਾਰਤ ਦੇ ਵਿੱਚ ਨੇ ਜਿੱਥੇ ਰਾਤ ਹੋ ਚੁੱਕੀ ਹੈ, ਉਹਨਾਂ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਬਿਲਕੁਲ ਠੀਕ ਹੋਵੋਗੇ। ਹਾਲਾਂਕਿ ਇਹਨਾਂ ਦਿਨਾਂ ਦੇ ਵਿੱਚ ਹਾਲਾਤ ਕੁਝ ਠੀਕ ਨਹੀਂ ਲੱਗ ਰਹੇ, ਖਾਸ ਕਰਕੇ ਅਸੀਂ ਇੰਡੀਆ ਦੇ ਵਿੱਚ ਸਾਰੇ ਦੇਖ ਹੀ ਰਹੇ ਹਾਂ, ਔਰ ਠੰਡ ਬਹੁਤ ਜ਼ਿਆਦਾ ਵੱਧ ਚੁੱਕੀ ਹੈ। ਚਾਹੇ ਕੈਨੇਡਾ ਦੀ ਗੱਲ ਕਰੀਏ, US ਦੀ ਗੱਲ ਕਰੀਏ, ਹੋਰ ਮੁਲਕਾਂ ਦੀ ਗੱਲ ਕਰੀਏ, ਤੇ ਸਪੈਸ਼ਲੀ ਭਾਰਤ ਦੀ ਗੱਲ ਕਰੀਏ, ਤਾਂ ਹਰ ਕਿਤੇ ਠੰਡ ਕਾਫੀ ਜ਼ਿਆਦਾ ਵੱਧ ਚੁੱਕੀ ਹੈ। ਪਰ ਠੰਡ ਮੁੱਦੇ ਨਹੀਂ ਕਦੇ ਵੀ ਖਤਮ ਹੋਣ ਦਿੰਦੀ, ਲੋਕਾਂ ਦੇ ਜਿਹੜੇ ਹੌਸਲੇ ਨੇ ਉਹ ਨਹੀਂ ਕਦੇ ਖਤਮ ਹੋਣ ਦਿੰਦੀ। ਭਾਰਤ ਦੇ ਵਿੱਚ ਇਸ ਵੇਲੇ ਅਸੀਂ ਇਹੀ ਦੇਖ ਰਹੇ ਹਾਂ, ਜਿਸ ਤਰੀਕੇ ਨਾਲ ਕਿਸਾਨ ਅੰਦੋਲਨ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਦਿੱਲੀ ਦੇ ਵਿੱਚ ਜੁਟੇ ਹੋਏ ਨੇ। ਲਗਾਤਾਰ ਕਿਸਾਨ ਅੰਦੋਲਨ ਦੇ ਵਿੱਚ ਅਜੇ ਵੀ ਹਰ ਦਿਨ ਜਿਹੜਾ ਕਾਫਿਲਾ ਹੈ ਉਹ ਵੱਧਦਾ ਜਾ ਰਿਹਾ, ਵਿਸ਼ਾਲ ਘੇਰਾ ਹੁੰਦਾ ਜਾ ਰਿਹਾ, ਪਰ ਅਜੇ ਤੱਕ ਇਸ ਮਾਮਲੇ ਦਾ ਹੱਲ ਕਿਸੇ ਵੀ ਕਿਨਾਰੇ ਲੱਭਦਾ ਦਿਖਾਈ ਨਹੀਂ ਦੇ ਰਿਹਾ। ਹੁਣ ਜਿਹੜੀ ਚਿੱਠੀ ਸਰਕਾਰ ਨੇ ਕਿਸਾਨਾਂ ਨੂੰ ਭੇਜੀ ਹੈ, ਉਸ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਤਾਰੀਖ ਤੁਸੀਂ ਤੈਅ ਕਰੋ, ਮੁਲਾਕਾਤ ਤੈਅ ਕਰੋ। ਸਰਕਾਰ ਤਾਂ ਮਿਲਣਾ ਚਾਹੁੰਦੀ ਹੈ ਕਿਸਾਨਾਂ ਨੂੰ। ਕਿਸਾਨਾਂ ਨੇ ਉਹੀ ਚਿੱਠੀ ਦਾ ਜਵਾਬ ਦਿੱਤਾ ਹੈ। ਉਹ ਕਹਿੰਦੇ ਨੇ ਕਿ ਜਦੋਂ ਤੱਕ ਤੁਸੀਂ ਅਮੈਂਡਮੈਂਟ ਦੀਆਂ ਚਿੱਠੀਆਂ ਭੇਜਦੇ ਰਹੋਗੇ ਉਦੋਂ ਤੱਕ ਅਸੀਂ ਨਹੀਂ ਮੰਨਾਂਗੇ। ਸਾਨੂੰ ਕਾਨੂੰਨ ਜਿਹੜੇ ਬਿੱਲ ਜਿਹੜੇ ਬਣਾਏ ਗਏ ਨੇ ਉਹਨਾਂ ਨੂੰ ਰੱਦ ਕਰਨ ਦੀ ਚਿੱਠੀ ਭੇਜੋ ਤਾਂ ਅਸੀਂ ਮੁਲਾਕਾਤ ਲਈ ਤਿਆਰ ਹਾਂ। ਯਾਨੀ ਕਿ ਹਜੇ ਤੱਕ ਕਿਸਾਨਾਂ ਨੇ ਕੋਈ ਤਾਰੀਖ ਨਹੀਂ ਮਿੱਥੀ ਕਿ ਉਹ ਸਰਕਾਰ ਦੇ ਨਾਲ ਦੂਜੀ ਮੀਟਿੰਗ ਕਦੋਂ ਕਰਨ ਜਾ ਰਹੇ ਨੇ। ਅਜਿਹੇ ਦੇ ਵਿੱਚ ਬਹੁਤ ਕੁਝ ਅਜਿਹੀਆਂ ਚੀਜ਼ਾਂ ਚੱਲ ਰਹੀਆਂ ਨੇ, ਕਿਤੇ ਨਾ ਕਿਤੇ ਇਸ ਅੰਦੋਲਨ ਨੂੰ ਫੇਲ ਕਰਨ ਦੇ ਲਈ ਵੀ ਬਹੁਤ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ, ਪਰ ਅਜੇ ਤੱਕ ਜਿਹੜਾ ਹੈ ਕਿਸਾਨ ਡਟੇ ਹੋਏ ਨੇ। ਔਰ ਕਿਸਾਨਾਂ ਨੇ ਸਾਫ਼ ਤੌਰ ਦੇ ਉੱਤੇ ਇਹ ਗੱਲ ਕਹਿ ਦਿੱਤੀ ਹੈ ਕਿ ਸਰਕਾਰ ਦੋਹਰੀ ਚਾਲ ਇਸ ਵੇਲੇ ਚੱਲ ਰਹੀ ਹੈ। ਕੁਝ ਜਦੋਂ ਚਿੱਠੀ ਇਹ ਸਰਕਾਰ ਨੂੰ ਭੇਜੀ ਜਾ ਰਹੀ ਸੀ, ਜਦੋਂ ਸਰਕਾਰ ਦੇ ਕੰਨਾਂ ਤੱਕ ਇਹ ਗੱਲ ਪਹੁੰਚਾਈ ਗਈ ਕਿ ਅਜੇ ਵੀ ਅਸੀਂ ਮੀਟਿੰਗ ਨਹੀਂ ਕਰਾਂਗੇ ਜਦੋਂ ਤੱਕ ਸਰਕਾਰ ਕਾਨੂੰਨ ਰੱਦ ਕਰਨ ਦੀ ਜਿਹੜੀ ਗੱਲ ਨਹੀਂ ਸਾਨੂੰ ਕਹਿ ਕੇ ਬੁਲਾਉਂਦੀ, ਤਾਂ ਉਸ ਵਿਚਾਲੇ ਕੁਝ ਕਿਸਾਨਾਂ ਨੇ ਇਹ ਤੱਕ ਗੱਲ ਕਹੀ ਹੈ ਕਿ ਸਰਕਾਰ ਅੱਗ ਨਾਲ ਖੇਡਣ ਦੀ ਕੋਸ਼ਿਸ਼ ਕਰ ਰਹੀ ਹੈ। ਅਜਿਹੇ ਦੇ ਵਿੱਚ ਕਿਤੇ ਨਾ ਕਿਤੇ ਕਿ ਇਹ ਵੀ ਚਿੰਤਾ ਸਤਾ ਰਹੀ ਹੈ ਕਿ ਕਿਤੇ ਕੋਈ ਅਮਨ ਸ਼ਾਂਤੀ ਜਿਹੜੀ ਹੈ ਉਹ ਭੰਗ ਨਾ ਹੋ ਜਾਏ ਪੰਜਾਬ ਦੀ। ਸੋ ਕੋਸ਼ਿਸ਼ਾਂ ਇਹ ਲਗਾਤਾਰ ਕੀਤੀਆਂ ਜਾ ਰਹੀਆਂ ਨੇ ਕਿ ਜਿਸ ਤਰੀਕੇ ਨਾਲ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਇਹ ਅੰਦੋਲਨ ਦੀ ਸ਼ੁਰੂਆਤ ਹੋਈ ਸੀ, ਇਸੇ ਹੀ ਸ਼ਾਂਤੀ ਦੇ ਨਾਲ ਇਹ ਅੰਦੋਲਨ ਜਿਹੜਾ ਸਮਾਪਤ ਹੋਏ। ਕੋਈ ਵਿਚਲਾ ਰਸਤਾ ਅਜਿਹਾ ਨਿਕਲੇ ਸਰਕਾਰ ਤੇ ਕਿਸਾਨਾਂ ਦੇ ਦਰਮਿਆਨ ਕਿ ਕਿਸਾਨ ਵੀ ਖੁਸ਼ ਹੋਣ, ਤੇ ਜਿਹੜੀ ਸਰਕਾਰ ਆਪਣੀ ਜਿੱਦ ਦੇ ਉੱਤੇ ਅੜੀ ਹੋਈ ਹੈ ਉਹਨੂੰ ਵੀ ਕਿਤੇ ਉਹਦੇ ਇਹ ਵੀ ਕਿਤੇ ਨਾ ਕਿਤੇ ਜਿਹੜੀ ਹੈ ਇਹ ਚੀਜ਼ ਰਹਿ ਜਾਏ ਕਿ ਉਹ ਤਸੱਲੀ ਦੇ ਨਾਲ ਜਿਹੜੀ ਹੈ ਕਿਸਾਨਾਂ ਦਾ ਹੱਲ ਕੱਢਣ ਦੇ ਲਈ ਤਿਆਰ ਹੈ। ਅਸੀਂ ਲਗਾਤਾਰ ਕੋਸ਼ਿਸ਼ਾਂ ਕਰਦੇ ਹਾਂ ਕਿ ਹਰ ਅਪਡੇਟ ਜਿਹੜਾ ਹੈ ਉਹ ਤੁਹਾਡੇ ਤੱਕ ਪਹੁੰਚਾ ਸਕੀਏ। ਹੁਣ ਕਿਹਾ ਇਹ ਜਾ ਰਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਮਨ ਕੀ ਬਾਤ ਕਰਨ ਜਾ ਰਹੇ ਨੇ। ਮਨ ਕੀ ਬਾਤ ਜਦੋਂ ਕਰਨ ਜਾ ਰਹੇ ਨੇ ਤਾਂ ਕਿਸਾਨਾਂ ਨੇ ਸਾਫ਼ ਤੌਰ ਤੇ ਕਹਿ ਦਿੱਤਾ ਹੈ ਔਰ ਆਪਣਾ ਮੈਸੇਜ ਇਹ ਪਹੁੰਚਾ ਦਿੱਤਾ ਹੈ ਕਿ ਜਿੰਨੇ ਕਿਸਾਨ ਨੇ ਜਾਂ ਜਿੱਥੇ ਜਿਹੜੇ ਲੋਕ ਬੈਠੇ ਨੇ ਜਿਹੜੇ ਕਿ ਇਸ ਅੰਦੋਲਨ ਨੂੰ ਸਪੋਰਟ ਕਰਦੇ ਨੇ, ਉਹ ਪ੍ਰਧਾਨ ਮੰਤਰੀ ਦੇ ਮਨ ਕੀ ਬਾਤ ਜਦੋਂ ਸ਼ੁਰੂ ਹੋਏਗੀ, ਜਦੋਂ ਲਾਈਵ ਚੱਲੇਗਾ, ਤਾਂ ਉਸ ਵੇਲੇ ਜਿਹੜੇ ਨੇ ਭਾਂਡੇ ਜਿਹੜੇ ਨੇ ਬਰਤਨ ਖੜਕਾਉਣ, ਯਾਨੀ ਕਿ ਥਾਲੀਆਂ ਖੜਕਾਉਣ, ਜਿਵੇਂ ਕਿ ਪ੍ਰਧਾਨ ਮੰਤਰੀ ਨੇ ਇਹ ਟ੍ਰੈਂਡ ਪਿੱਛੇ ਜੇ ਚਲਾਇਆ ਸੀ ਜਦੋਂ ਕੋਰੋਨਾ ਸ਼ੁਰੂ ਹੋਇਆ ਸੀ। ਤਾਂ ਸੋ ਇਸ ਲਈ ਇੱਕ ਆਮੋ ਸਾਹਮਣੇ ਦੀ ਜਿਹੜੀ ਕਹਿ ਸਕਦੇ ਇੱਕ ਸਾਇਲੈਂਟ ਵਾਰ ਜਿਹੜੀ ਹੈ ਉਹ ਅਜੇ ਵੀ ਬਰਕਰਾਰ ਹੈ। ਇਸ ਵਿਚਾਲੇ ਰਸਤਾ ਕੀ ਨਿਕਲੇਗਾ ਇਹ ਅਜੇ ਤਾਂ ਕੁਝ ਨਹੀਂ ਕਿਹਾ ਜਾ ਸਕਦਾ, ਪਰ ਅਜੇ ਸਿਰਫ ਇੰਤਜ਼ਾਰ ਕੀਤਾ ਜਾ ਰਿਹਾ ਹੈ। ਕਈ ਵਰਗ ਅਜਿਹੇ ਨੇ ਕਿਸਾਨ ਅੰਦੋਲਨ ਨੂੰ ਸਪੋਰਟ ਕਰਨ ਦੇ ਲਈ ਹਰ ਦਿਨ ਪਹੁੰਚ ਰਹੇ ਨੇ,
ਤਕਰੀਬਨ ਹਰ ਤਬਕਾ ਹੀ ਜਿਹੜਾ ਹੈ ਉਹ ਕਿਸਾਨਾਂ ਦੇ ਅੰਦੋਲਨ ਨੂੰ ਸਪੋਰਟ ਕਰਨ ਪਹੁੰਚਿਆ ਹੈ। ਕਲਾਕਾਰਾਂ ਦੀ ਖਾਸ ਭੂਮਿਕਾ ਰਹੀ ਹੈ। ਅਸੀਂ ਕੋਸ਼ਿਸ਼ ਵੀ ਕਰਦੇ ਹਾਂ ਹਰ ਉਸ ਸ਼ਖਸ ਨਾਲ ਜੁੜ ਸਕੀਏ, ਉਸ ਦੀ ਇੰਟਰਵਿਊ ਕਰ ਸਕੀਏ, ਤੁਹਾਡੇ ਨਾਲ ਜਿਹੜੀਆਂ ਉਹਨਾਂ ਦੀਆਂ ਗੱਲਾਂ ਸਾਂਝੀਆਂ ਕਰਵਾ ਸਕੀਏ ਕਿ ਉਹ ਕੀ ਸੋਚ ਰੱਖਦੇ ਨੇ ਔਰ ਇਸ ਅੰਦੋਲਨ ਸੰਬੰਧੀ ਉਹਨਾਂ ਦੀ ਜਿਹੜੀ ਹੈ ਕੀ ਰਾਏ ਹੈ ਜਾਂ ਉਹ ਕਿਉਂ ਸਪੋਰਟ ਕਰ ਰਹੇ ਨੇ। ਇਸ ਵੇਲੇ ਸਾਡੇ ਨਾਲ ਕਲਾਕਾਰ, ਤੁਸੀਂ ਸਾਰੇ ਵੈਸੇ ਉਹਨਾਂ ਨੂੰ ਜਾਣਦੇ ਹੋ, ਨਛੱਤਰ ਗਿੱਲ ਜੀ ਜੁੜੇ ਹੋਏ ਨੇ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਨਛੱਤਰ ਗਿੱਲ ਜੀ, ਬਹੁਤ ਬਹੁਤ ਸਵਾਗਤ ਹੈ ਜੀ ਮਾਰਨਿੰਗ ਸ਼ੋਅ ਦੇ ਵਿੱਚ। ਬਹੁਤ ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਜੀ ਨਛੱਤਰ ਗਿੱਲ ਜੀ, ਦੇਖੋ ਦਰਸ਼ਕ ਇੰਤਜ਼ਾਰ ਕਰ ਰਹੇ ਸੀ ਕਿ ਕਦੋਂ ਤੁਸੀਂ ਵੀ ਗੱਲਬਾਤ ਲਈ ਜਿਹੜਾ ਸਾਹਮਣੇ ਆਓ, ਔਰ ਖਾਸ ਕਰਕੇ ਤੁਹਾਨੂੰ ਮੇਰਾ ਪਹਿਲਾ ਸਵਾਲ ਇਹ ਹੈ ਜਿਹੜਾ ਹਰ ਪੰਜਾਬੀ ਹਰ ਕਲਾਕਾਰ ਨੂੰ ਕੀਤਾ ਜਾ ਰਿਹਾ ਹੈ ਕਿ ਅਜੇ ਤੱਕ ਤੁਸੀਂ ਜਿਹੜਾ ਕਿਸਾਨ ਅੰਦੋਲਨ ਦੇ ਵਿੱਚ ਦਿੱਲੀ ਕਿਉਂ ਨਹੀਂ ਪਹੁੰਚੇ, ਦੇਰੀ ਕਿਉਂ ਹੋ ਗਈ ਤੇ ਹੁਣ ਕਦੋਂ ਜਾ ਰਹੇ ਹੋ? ਜੀ ਵੈਸੇ ਜਿਹੜਾ ਦਿਲੋਂ ਉੱਥੇ ਹੀ ਆ, ਫਿਜ਼ੀਕਲੀ ਤੌਰ ਤੇ ਇੱਥੇ ਬੈਠੇ ਆ, ਕਿਉਂਕਿ ਹਰ ਪੰਜਾਬੀ ਮੈਨੂੰ ਲੱਗਦਾ ਜਿੰਨੇ ਵੀ ਬਾਹਰਲੇ ਮੁਲਕਾਂ 'ਚ ਬੈਠੇ ਆ ਉਹ ਸਾਰੇ ਦਿਲੋਂ ਉੱਥੇ ਹੀ ਆ। ਰੋਜ਼ ਹੀ ਅਪਡੇਟ ਜਿਹੜੀਆਂ ਹੈਗੀਆਂ ਉਹ ਲੈਂਦੇ ਰਹਿੰਦੇ ਆ। ਮੇਰਾ ਪਰਿਵਾਰ, ਮੇਰਾ ਬ੍ਰਦਰ 2-3 ਵਾਰੀ ਉੱਥੇ ਜਾ ਕੇ ਆਇਆ, ਕਾਫੀ ਦਿਨ ਰਹਿ ਕੇ ਆਏ ਆ। ਸੋ ਸਾਡੇ ਪਿੰਡੂ ਬਹੁਤ ਜਾ ਕੇ ਆਏ ਆ। ਅਸੀਂ ਜਿੰਨੇ ਵੀ ਸਾਡੇ ਮਿੱਤਰ ਹੈਗੇ ਸਭ ਨੂੰ ਰਿਕੁਐਸਟ ਕਰਦੇ ਆ ਕਿ ਤੁਸੀਂ ਉੱਥੇ ਜਾ ਕੇ ਆਓ। ਤੇ ਅਸੀਂ ਬਾਹਰਲੇ ਮੁਲਕਾਂ 'ਚ ਬੈਠੇ ਆ। ਇੱਥੋਂ ਥੋੜਾ ਪੰਗਾ ਹੈਗਾ ਕਿ ਜੀ ਪਹਿਲਾਂ ਕਰੋਨਾ ਟੈਸਟ ਕਰਾ ਕੇ ਜਾਓ ਜੀ ਇੱਥੋਂ, ਫਿਰ ਉਹਦੀ ਡੇਟ ਲੈ ਕੇ ਉਹ ਫਿਰ ਤਾਂ 72 ਘੰਟੇ ਦਾ ਇੱਕ ਪ੍ਰੋਸੀਜਰ ਹੈਗਾ ਕਿ 72 ਘੰਟੇ ਦੇ ਵਿੱਚ ਵਿੱਚ ਤੁਸੀਂ ਇੰਡੀਆ ਪਹੁੰਚਣੇ ਚਾਹੀਦੇ ਆ। ਮੈਨੂੰ ਤੇ ਹੁਣ ਹੀ ਪਤਾ ਲੱਗਿਆ ਕਰਕੇ। ਉੱਥੇ ਤੇ ਅਸੀਂ ਕਰੋਨਾ ਮਾਰਤਾ ਇੰਡੀਆ 'ਚ ਤਾਂ ਅਸੀਂ ਇੱਥੇ ਹੀ ਹਾਂ, ਲੇਕਿਨ ਉਹ ਡਰਦੇ ਆ ਕਿ ਬਾਹਰੋਂ ਨਾ ਲੈ ਆਉਣ ਕਿਤੇ। ਸਹੀ, ਬੜੀ ਜਲਦੀ, ਬਸ 3-4 ਦਿਨ ਦੇ ਵਿੱਚ ਮੈਂ ਵੀ ਪਹੁੰਚ ਰਿਹਾ, ਲੇਕਿਨ ਫਿਜ਼ੀਕਲੀ ਇੱਥੇ ਆ। ਅਦਰਵਾਈਜ਼ ਅਸੀਂ ਸਾਰੇ ਜਿਹੜੇ ਹੈਗੇ ਆ, ਜਿੰਨੇ ਵੀ ਬਾਹਰਲੇ ਮੁਲਕਾਂ 'ਚ ਬੈਠੇ ਆ, ਸਾਰੇ ਉੱਥੇ ਆ ਕਿਸਾਨਾਂ ਦੇ ਨਾਲ ਜੁੜੇ, ਕਿਉਂਕਿ ਸਾਡਾ ਅਸਲ ਜਿਹੜਾ ਕਿੱਤਾ ਹੈਗਾ ਪਹਿਲਾਂ ਤੋਂ ਉਹ ਖੇਤੀਬਾੜੀ ਹੈ। ਜਿੰਨੇ ਵੀ ਸਿੰਗਰ ਭਰਾ ਹੈਗੇ ਉੱਥੇ ਜਾ ਕੇ ਹਾਜ਼ਰੀ ਲਾ ਰਹੇ ਆ ਤੇ ਮੈਂ ਵੀ ਬਹੁਤ ਜਲਦੀ ਜਾ ਰਿਹਾ। ਬਿਲਕੁਲ। ਨਛੱਤਰ ਜੀ, ਕਿੰਨੇ ਕੁ ਦਿਨਾਂ ਦੀ ਤਿਆਰੀ ਖਿੱਚੀ ਹੈ? ਤੁਹਾਨੂੰ ਕੋਈ ਅੰਦਾਜ਼ਾ ਹੈ ਵੀ ਕਿੰਨੇ ਦਿਨ ਉੱਥੇ ਬੈਠਣਾ ਪੈ ਸਕਦਾ ਹੈ ਜੇ ਅੰਦੋਲਨ ਹੋਇਆ? ਤੁਹਾਡੀ ਆਪਣੀ ਤਿਆਰੀ ਕਿੰਨੇ ਦਿਨਾਂ ਦੀ ਹੈ? ਜਿੰਨੇ ਦਿਨ ਮਰਜ਼ੀ, ਇੱਕ ਪਾਸੇ ਦੀ ਡੇਟ ਲੈ ਕੇ ਚੱਲੇ ਆ, ਜਿੰਨੇ ਦਿਨ ਮਰਜ਼ੀ ਬਹਿਣਾ ਪੈ ਜਾਵੇ ਜੀ। ਬਹੁਤ ਸਾਰੇ ਕਲਾਕਾਰ ਉੱਥੇ ਲਗਾਤਾਰ ਪਹੁੰਚ ਹੀ ਰਹੇ ਨੇ। ਹਾਲ ਹੀ ਦੇ ਵਿੱਚ ਕੈਨੇਡਾ ਤੋਂ ਜੈਜ਼ੀ ਬੀ ਵੀ ਉੱਥੇ ਪਹੁੰਚੇ ਹੋਏ ਨੇ। ਜੈਜ਼ੀ ਬੀ ਲਗਾਤਾਰ ਕਿਸਾਨਾਂ ਦੇ ਨਾਲ ਡਟੇ ਹੋਏ ਨੇ। ਸੋ ਬਸ ਤੁਹਾਡਾ ਹੀ ਇੰਤਜ਼ਾਰ ਕੀਤਾ ਜਾ ਰਿਹਾ ਸੀਗਾ। ਕੀ ਲੱਗਦਾ ਹੈ ਨਛੱਤਰ ਗਿੱਲ ਜੀ, ਬਹੁਤ ਸਾਰੇ ਕਲਾਕਾਰਾਂ ਨੇ ਆਪੋ ਆਪਣੇ ਤਰੀਕੇ ਦੇ ਨਾਲ ਸਪੋਰਟ ਜਿਹੜੀ ਕੀਤੀ ਹੈ, ਔਰ ਇਸ ਵੇਲੇ ਤਾਂ ਇਹ ਕਹਿ ਸਕਦੇ ਹਾਂ ਕਿ ਸਭ ਤੋਂ ਵੱਡੀ ਸਪੋਰਟ ਜਿਹੜੀ ਹੈ ਉਹ ਕਲਾਕਾਰਾਂ ਦੇ ਵੱਲੋਂ ਹੀ ਜਿਹੜੀ ਹੈ ਦਿੱਤੀ ਜਾ ਰਹੀ ਹੈ। ਉਹ ਕਲਾਕਾਰ ਜਿਹੜੇ ਕਿ ਇਹੀ ਲੋਕ ਨੇ, ਜਿਹੜੇ ਕਿਸਾਨ ਨੇ, ਇੱਕ ਪੇਂਡੂ ਵਰਗ ਉਹ ਹੈ ਜਿਨ੍ਹਾਂ ਦੇ ਘਰਾਂ ਦੇ ਵਿੱਚ ਜਿਹੜੇ ਆ ਤੁਹਾਡੇ ਗਾਣੇ ਸੁਣੇ ਜਾਂਦੇ ਆ। ਇਹ ਤੁਹਾਡੀ ਮੇਨ ਆਡੀਅנס ਹੈ। ਸੋ ਇਸ ਮੇਨ ਆਡੀਅנס ਬਾਰੇ ਹੁਣ ਕੀ ਸੋਚਦੇ ਹੋ ਜਦੋਂ ਇਹ ਅੰਦੋਲਨ ਦੇ ਵਿੱਚ ਬੈਠੇ ਹੋਏ ਨੇ, ਆਪਣੀਆਂ ਹੱਕੀ ਮੰਗਾਂ ਦੇ ਲਈ ਲਗਾਤਾਰ ਜਿਹੜਾ ਹੈ ਉਹ ਡਟੇ ਹੋਏ ਨੇ ਕਿੰਨੇ ਦਿਨਾਂ ਤੋਂ ਇਸ ਅੰਦੋਲਨ ਦੇ ਵਿੱਚ? ਤੁਸੀਂ ਕੀ ਸੋਚਦੇ ਹੋ ਲਗਾਤਾਰ, ਕਿਉਂਕਿ ਦੇਖ ਹੀ ਰਹੇ ਹੋ ਤੁਸੀਂ ਵੀ ਇਹਨਾਂ ਨੂੰ? ਇੱਕ ਧਾਰਨਾ ਬਣੀ ਹੋਈ ਸੀ ਕਿ ਧਾਰਨਾ ਨਹੀਂ ਹੈ ਵੀ ਪੰਜਾਬ ਦਾ ਜਿੰਨਾ ਯੂਥ ਹੈਗਾ ਉਹ ਸਾਰਾ ਬਹੁਤ ਫੋਲੋ ਕਰਦਾ, ਜਿੰਨੇ ਵੀ ਉਹਨਾਂ ਦੇ ਪਸੰਦੀਦਾ ਕਲਾਕਾਰ ਹੁੰਦੇ ਆ ਉਹਨਾਂ ਨੂੰ ਬਹੁਤ ਫੋਲੋ ਕਰਦਾ, ਜਿੱਦਾਂ ਦੇ ਕੱਪੜੇ ਪਾਉਂਦੇ ਆ, ਜੋ ਮੈਸੇਜ ਦੇਣਾ ਚਾਹੁੰਦੇ ਆ। ਲੇਕਿਨ ਇੱਕ ਧਾਰਨਾ ਬਣੀ ਸੀ ਕਿ ਪ੍ਰਮੋਟ ਕਰਦੇ ਆ ਜੀ, ਹਥਿਆਰਾਂ ਨੂੰ ਪ੍ਰਮੋਟ ਕਰਦੇ ਆ ਜਾਂ ਕੁਝ ਹੋਰ ਨਸ਼ਿਆਂ ਨੂੰ ਪ੍ਰਮੋਟ ਕਰਦੇ ਆ। ਲੇਕਿਨ ਜਿੰਨੇ ਪੰਜਾਬ ਦੇ ਸਿੰਗਰ ਹੈਗੇ ਉਹਨਾਂ ਨੇ ਉੱਥੇ ਜਾ ਕੇ ਪ੍ਰੂਵ ਕਰਤਾ ਕਿ ਅਸੀਂ ਤੁਹਾਡੇ ਨਾਲ ਆ। ਦੇਖੋ ਤੁਸੀਂ ਯੂਥ, ਮੈਨੂੰ ਲੱਗਦਾ ਸਾਰਾ ਉਹ ਕਲਾਕਾਰ ਖਿੱਚ ਕੇ ਲੈ ਗਏ, ਹਨਾ ਕਰਕੇ। ਬੜੀ ਦੇਰ ਤੋਂ ਇਹ ਕਿਸਾਨ ਅੰਦੋਲਨ ਦੇ ਜਿਹੜੇ ਪੁਰਾਣੇ ਮਹਾਰਥੀ ਹੈਗੇ ਆ, ਉਹ ਦਿੱਲੀ ਤੱਕ ਲੈ ਕੇ ਜਾਣ ਦਾ ਜਿਹੜਾ ਸਿਹਰਾ ਹੈਗਾ ਉਹ ਯੂਥ ਦੇ ਸਿਰ ਆ ਕਿ ਚਲੋ ਦਿੱਲੀ ਚਲੀਏ, ਉੱਥੇ ਜਾ ਕੇ ਜਿਹੜਾ ਅਸੀਂ ਆਪਣੀਆਂ ਮੰਗਾਂ ਮਨਵਾਉਣੀਆਂ। ਤੇ ਉਹ ਸਿੰਗਰਾਂ ਦੇ ਸਿਰ ਤੇ ਮੈਨੂੰ ਲੱਗਦਾ। ਤੇ ਉਹ 6ਵੇਂ ਪਾਤਸ਼ਾਹ ਦੇ ਵੇਲੇ ਨਾ ਢਾਡੀ ਸਿੰਘ ਵਾਰਾਂ ਗਾਉਂਦੇ ਹੁੰਦੇ ਸੀ ਕਿ ਇੱਕ ਜੰਗ ਲਈ ਮੈਦਾਨ ਤਿਆਰ ਕੀਤਾ ਜਾ ਰਿਹਾ ਤੇ ਅਸੀਂ ਆਪਣੇ ਹੱਕਾਂ ਲਈ ਲੜਨਾ, ਤੇ ਜੋਸ਼ ਭਰਦੇ ਸੀਗੇ। ਤੇ ਫਿਰ 10ਵੇਂ ਪਾਤਸ਼ਾਹ ਦੇ ਵੇਲੇ ਜਿਹੜੇ ਹੁੰਦੇ ਸੀ ਕਵੀਸ਼ਰ, ਇੱਕ ਵੀਰ ਰਸ ਗਾਇਆ ਜਾਂਦਾ ਸੀਗਾ। ਸਿੰਗਰਾਂ ਦਾ ਕੰਮ ਇਹ ਵੀ ਹੈਗਾ, ਉਹ ਨਾਲ ਤੇ ਤੁਰੇ ਹੋਏ ਆ, ਲੇਕਿਨ ਗੀਤਾਂ ਦੇ ਜ਼ਰੀਏ ਵੀ ਉਹ ਯੂਥ ਨੂੰ ਬਹੁਤ ਇਨਕਰੇਜ ਕਰਦੇ ਆ, ਉਹਨਾਂ ਦੇ ਵਿੱਚ ਜੋਸ਼ ਭਰ ਰਹੇ ਆ। ਅਸੀਂ ਵੀ ਗਾਣੇ ਕੀਤੇ, ਹੋਰ ਜਿੰਨੇ ਸਿੰਗਰ ਹੈਗੇ ਉਹਨਾਂ ਨੇ ਵੀ ਸਾਰਿਆਂ ਨੇ ਗਾਣੇ ਕੀਤੇ ਆ। ਤੇ ਉਹ ਇੱਕ ਯੂਥ ਦੇ ਵਿੱਚ ਇੱਕ ਜੋਸ਼ ਭਰਿਆ ਜਾ ਰਿਹਾ ਕਿ ਅਸੀਂ ਜਿਹੜਾ ਇੱਥੋਂ ਵਾਪਸ ਨਹੀਂ ਜਾਣਾ, ਇੱਥੋਂ ਆਪਣੀਆਂ ਮੰਗਾਂ ਜਿਹੜੀਆਂ ਮਨਵਾ ਕੇ ਲੈ ਕੇ ਜਾਣੀਆਂ।
ਸੋ ਮੈਂ ਸਾਰਿਆਂ ਦਾ ਬਹੁਤ ਸ਼ੁਕਰਗੁਜ਼ਾਰ ਵੀ ਹਾਂ ਜਿੰਨੇ ਸਿੰਗਰ ਉੱਥੇ ਪਹੁੰਚੇ ਆ। ਹੌਲੀ ਹੌਲੀ ਜੁੜ ਰਿਹਾ ਸਾਰਾ। ਅਸੀਂ ਵੀ ਸਭ ਨੂੰ ਗੁਜ਼ਾਰਿਸ਼ ਕਰਦੇ ਆ ਆਪਣੇ ਪਿੰਡਾਂ ਵਾਲਿਆਂ ਨੂੰ, ਰੋਜ਼ ਹੀ ਕਿੰਨੀਆਂ ਵੀਡੀਓ ਜਿਹੜੀਆਂ ਕਰਕੇ ਭੇਜਦੇ ਆ ਕਿ ਸਾਰੇ ਉੱਥੇ ਪਹੁੰਚੋ। ਉਹ ਫਿਰ ਸਾਰਾ ਮੈਨੂੰ ਲੱਗਦਾ 4-5 ਦਿਨ ਪਹਿਲਾਂ ਤੇ ਉੱਥੇ ਇੰਨਾ ਜ਼ਿਆਦਾ ਇਕੱਠ ਹੋ ਗਿਆ ਸੀ, ਕਹਿੰਦੇ ਅੱਜ ਸਭ ਤੋਂ ਜ਼ਿਆਦਾ ਇਕੱਠ ਹੋਇਆ। ਸੋ ਇਹ ਸਿੰਗਰਸ ਨੂੰ ਵੀ ਇਹਦਾ ਬਹੁਤ ਜ਼ਿਆਦਾ ਜਿਹੜਾ ਸਿਹਰਾ ਜਾਂਦਾ ਹੈਗਾ। ਜੀ ਨਛੱਤਰ ਜੀ, ਯੂਥ ਦੀ ਗੱਲ ਕਰ ਰਹੇ ਹੋ, ਯੂਥ ਬਾਰੇ ਕੀ ਸੋਚਦੇ ਹੋ? ਇਹ ਉਹੀ ਯੂਥ ਹੈ ਜਦੋਂ ਅਖਾੜੇ ਲੱਗਦੇ ਨੇ, ਜਦੋਂ ਬਹੁਤ ਸਾਰੇ ਕਲਾਕਾਰਾਂ ਦੇ ਗੀਤ ਹੁੰਦੇ ਨੇ ਜਾਂ ਕੋਈ ਵੀ ਲਗਾ ਲਓ ਕਿ ਕਿਸੇ ਤਰ੍ਹਾਂ ਦਾ ਪ੍ਰੋਗਰਾਮ ਹੁੰਦਾ ਹੈ, ਤਾਂ ਉਸ ਵੇਲੇ ਇਹ ਕਿਹਾ ਜਾਂਦਾ ਸੀ ਕਿ ਜਿਹੜੇ ਨੌਜਵਾਨ ਨੇ, ਜਿਹੜਾ ਯੂਥ ਹੈ, ਇਹ ਹੁੱਲੜਬਾਜ਼ੀ ਬਹੁਤ ਕਰਦਾ ਹੈ। ਤੇ ਅੱਜ ਉਹੀ ਯੂਥ ਸਾਰਾ ਦੇਖੋ ਕਿੰਨੇ ਪੀਸਫੁਲੀ ਤਰੀਕੇ ਦੇ ਨਾਲ ਇਸ ਅੰਦੋਲਨ ਨੂੰ ਸਪੋਰਟ ਕਰ ਰਿਹਾ। ਦੇਖੋ ਨਜ਼ਰੀਆ ਸ਼ਹਿਰੀ ਜੀ ਬਦਲਦਾ ਸਾਰਾ ਯੂਥ ਨੇ। ਪਹਿਲਾਂ ਕਹਿੰਦੇ ਸੀ ਜੀ ਇਹ ਤਾਂ ਨਸ਼ੇੜੀ ਹੋ ਗਿਆ ਪੰਜਾਬ ਦਾ ਨੌਜਵਾਨ, ਇਹ ਹੁੱਲੜਬਾਜ਼ੀ ਕਰਦਾ ਹੈ ਨਾ। ਲੇਕਿਨ ਦੇਖੋ ਤੁਸੀਂ ਕਿੰਨੇ ਦਿਨਾਂ ਤੋਂ 2 ਮਹੀਨੇ ਪਹਿਲਾਂ ਸ਼ੰਭੂ ਬਾਰਡਰ ਜਾਂ ਹੋਰ ਆਲੇ ਦੁਆਲੇ ਪਿੰਡ ਜਿੰਨੇ ਵੀ ਛੋਟੇ ਮੋਟੇ ਸ਼ਹਿਰ ਸੀਗੇ ਉਹਨਾਂ 'ਚ ਅੰਦੋਲਨ ਚੱਲਦਾ ਸੀਗਾ। ਉਸ ਤੋਂ ਬਾਅਦ ਦਿੱਲੀ ਚਲੇ ਗਏ। ਅੱਜ ਤੱਕ ਕੋਈ ਖਬਰ ਨਹੀਂ ਸੁਣੀ ਕਿ ਇਹਨਾਂ ਨੇ ਹੁੱਲੜਬਾਜ਼ੀ ਕੀਤੀ ਆ। ਔਰ ਕਹਿੰਦੇ ਸੀ ਕਿ ਯੂਥ ਜਿਹੜਾ ਉਹ ਨਸ਼ੇੜੀ ਹੋ ਗਿਆ। ਤੇ ਤੁਸੀਂ ਦੇਖ ਹੀ ਸਕਦੇ ਹੋ ਰੋਜ਼ ਹੀ ਉਹਨਾਂ ਦੀਆਂ ਵੀਡੀਓ ਪੈ ਰਹੀਆਂ, ਸਾਰਾ ਕੁਛ ਹੈ ਨਾ। ਤੁਸੀਂ ਇੰਟਰਨੈਟ ਦੇ ਜ਼ਰੀਏ ਸਾਰਾ ਦੇਖਦੇ ਹੋ। ਤੇ ਕਿਤੇ ਕੋਈ ਉਹਨਾਂ ਨੇ ਆਪਣਾ ਨਜ਼ਰੀਆ ਜਿਹੜਾ ਲੋਕਾਂ ਦਾ ਨਾ ਚੇਂਜ ਕਰਵਾਤਾ ਕਿ ਇਹ ਯੂਥ ਜਿਹੜਾ ਹੈਗਾ ਜਦੋਂ ਤੁਰਦਾ ਆਪਣੇ ਹੱਕਾਂ ਦੀ ਰਾਖੀ ਲਈ ਤੇ ਫਿਰ ਉਹ ਲੈ ਕੇ ਮੁੜਦਾ। ਮੈਨੂੰ ਲੱਗਦਾ ਕਿ ਇੱਦਾਂ ਦਾ ਇਹ ਇਸ ਸਦੀ ਦਾ ਨਹੀਂ, ਮੈਨੂੰ ਲੱਗਦਾ ਦੁਨੀਆ 'ਚ ਇੱਦਾਂ ਦਾ ਕਦੇ ਜਿਹੜਾ ਅੰਦੋਲਨ ਹੋਇਆ ਨਹੀਂ। ਬਹੁਤ ਵੱਡਾ ਅੰਦੋਲਨ ਹੈ ਔਰ ਇਹ ਪੰਜਾਬੀਆਂ ਦੇ ਹਿੱਸੇ ਆਇਆ। ਅੱਛਾ ਨਛੱਤਰ ਗਿੱਲ ਜੀ, ਹੁਣ ਤੱਕ ਤਾਂ ਇਹ ਹੁੰਦਾ ਕਿ ਜਦੋਂ ਸਿੰਗਰਾਂ ਦੇ, ਕਲਾਕਾਰਾਂ ਦੇ ਜਦੋਂ ਗਾਣੇ ਕੋਈ ਵੀ ਆਉਂਦੇ ਨੇ ਤਾਂ ਜਿਹੜਾ ਯੂਥ ਹੁੰਦਾ ਉਹ ਇੱਕ ਵੱਖਰਾ ਹੀ ਰੋਲ ਆਪਣਾ ਨਿਭਾਉਂਦਾ ਹੈ। ਸੋ ਯੂਥ ਜਿਹੜਾ ਹੈ ਕਲਾਕਾਰਾਂ ਤੋਂ ਦੇਖ ਕੇ ਬਹੁਤ ਕੁਝ ਸਿੱਖਦਾ ਹੈ, ਬਹੁਤ ਕੁਛ ਹੀ। ਸੋ ਚਲੋ ਆਪਾਂ ਯੂਥ ਨੂੰ ਵੀ ਛੱਡ ਦਈਏ, ਬਹੁਤ ਸਾਰੇ ਪੰਜਾਬੀਆਂ ਦੀ ਆਪਾਂ ਗੱਲ ਕਰ ਲਈਏ ਕਿ ਉਹ ਗਾਣਿਆਂ ਨੂੰ ਦੇਖ ਕੇ ਇਸ ਤਰੀਕੇ ਦੇ ਜਿਵੇਂ ਵੀ ਤੁਹਾਡੇ ਵੱਲੋਂ ਕੱਢੇ ਜਾਂਦੇ ਨੇ ਉਹਨਾਂ ਤੋਂ ਬਹੁਤ ਕੁਝ ਉਹ ਸਿੱਖਦੇ ਨੇ। ਸੋ ਅੱਜ ਇਸ ਅੰਦੋਲਨ ਤੋਂ ਕੀ ਕਲਾਕਾਰਾਂ ਨੂੰ ਕੁਝ ਸਿੱਖਣ ਨੂੰ ਮਿਲ ਰਿਹਾ? ਦੇਖੋ ਆਪਣੇ ਹੱਕਾਂ ਲਈ ਹਰ ਬੰਦਾ ਲੜਦਾ ਤੇ ਕਲਾਕਾਰ ਵੀ ਸਿੱਖ ਰਹੇ ਆ ਕਿ ਕਲਾ ਜਿਹੜਾ ਹੈ ਉਹ ਤੁਸੀਂ ਰੋਮਾਂਟਿਕ ਨਹੀਂ ਗਾਉਣਾ ਜਾਂ ਤੁਸੀਂ ਅੱਜ ਕੱਲ੍ਹ ਦੇਖੋ ਤੁਸੀਂ ਜਦੋਂ ਵੀ ਕੋਈ ਮੁੱਦਾ ਆਉਂਦਾ, ਅੱਜ ਇਹ ਮੁੱਦਾ ਸ਼ਾਇਦ ਇੰਨਾ ਨਾ ਭਖਦਾ ਜੇ ਮੈਨੂੰ ਲੱਗਦਾ ਕਿ ਅੱਧੇ ਤੋਂ ਜ਼ਿਆਦਾ, ਕਿਉਂਕਿ ਅੰਦੋਲਨ ਦੇ ਅੱਗੇ ਵੀ ਹੋਏ ਆ। ਲੇਕਿਨ ਜਿਹੜੇ ਸਾਡੇ ਭਰਾ ਜਿਹੜੇ ਅੱਗੇ ਹੋ ਕੇ ਤੁਰੇ ਆ ਨਾ ਆਪਣੇ ਜਜ਼ਬਾ ਲੈ ਕੇ, ਉਹਨਾਂ ਨੂੰ ਲੱਗਦਾ ਸੀ ਕਿ ਸਾਨੂੰ ਅੱਗੇ ਆਉਣਾ ਚਾਹੀਦਾ। ਸੋ ਜਿੰਨੇ ਕਲਾਕਾਰ ਤੁਰੇ ਆ ਉਹਨਾਂ ਨੇ ਇਸ ਜਿਹੜਾ ਅੰਦੋਲਨ ਨੂੰ ਬਹੁਤ ਭਖਾਇਆ ਤੇ ਨਾਲ ਹੋਰ ਵੀ ਯੂਥ ਜਿਹੜਾ ਉਹ ਤੁਰ ਪਿਆ ਤੇ ਬਜ਼ੁਰਗਾਂ ਨੇ ਬੜਾ ਹੱਲਾਸ਼ੇਰੀ ਦਿੱਤੀ ਆ। ਉਹਨਾਂ ਨੂੰ ਵੀ, ਬਜ਼ੁਰਗਾਂ ਨੂੰ ਵੀ ਹੁਣ ਪਤਾ ਲੱਗਾ ਕਿ ਨਹੀਂ ਜਿਹੜੇ ਸਿੰਗਰ ਹੈਗੇ ਆ ਉਹਨਾਂ ਨੇ ਇਸ ਅੰਦੋਲਨ ਨੂੰ ਬਹੁਤ ਹੱਲਾਸ਼ੇਰੀ ਦਿੱਤੀ ਹੈ। ਸੋ ਦੇਖ ਲਓ ਅੱਜ ਟਰਾਲੀਆਂ ਦੀਆਂ ਟਰਾਲੀਆਂ ਭਰ ਕੇ ਜਾ ਰਹੀਆਂ ਹੈ ਨਾ ਪਿੰਡਾਂ 'ਚੋਂ। ਇਹ ਸਭ ਮੈਨੂੰ ਲੱਗਦਾ ਕਿ ਸਿੰਗਰਾਂ ਦਾ ਬਹੁਤ ਵੱਡਾ ਇਹਦੇ 'ਚ ਰੋਲ ਹੈਗਾ। ਨਛੱਤਰ ਗਿੱਲ ਜੀ, ਅੰਦੋਲਨ ਦੇ ਉੱਤੇ ਤਾਂ ਬਹੁਤ ਸਾਰੇ ਦੋਸ਼ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਵੀ, ਕਦੀ ਤੁਸੀਂ ਸਾਰਾ ਕੁਝ ਸੁਣਿਆ ਹੀ ਹੈ ਕਿਸ ਤਰੀਕੇ ਨਾਲ ਅੰਦੋਲਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਔਰ ਕਈ ਤਰ੍ਹਾਂ ਦੇ ਟੈਗ ਇਸ 'ਤੇ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਗਲਤ ਤਰੀਕੇ ਦੇ। ਜਦੋਂ ਕਲਾਕਾਰ ਬਹੁਤ ਜ਼ਿਆਦਾ ਅੱਗੇ ਆਏ, ਅੰਦੋਲਨ ਦੇ ਵਿੱਚ ਪੂਰੀ ਸਪੋਰਟ ਕੀਤੀ, ਲੋਕਾਂ ਦੇ ਵਿੱਚ ਬਹਿ ਕੇ ਉਹਨਾਂ ਨੇ ਖਾਧਾ ਪੀਤਾ, ਗੱਲਾਂ ਕਰਦੇ ਦਿਖਾਈ ਦੇ ਰਹੇ ਨੇ, ਤਾਂ ਕੁਝ ਲੋਕ ਇਸ ਤਰੀਕੇ ਦੀ ਟਿੱਪਣੀ ਕਰ ਰਹੇ ਨੇ ਕਿ ਕਲਾਕਾਰ ਜਿਹੜੇ ਨੇ ਉਹ ਕਰੋਨਾ ਵਾਇਰਸ ਦੇ ਦਿਨਾਂ ਦੇ ਵਿੱਚ ਵਿਹਲੇ ਬੈਠੇ ਹੋਏ ਸੀ ਤੇ ਵਿਹਲੇ ਬੈਠੇ ਉਹਨਾਂ ਨੂੰ ਕੋਈ ਕੰਮ ਮਿਲ ਗਿਆ ਤੇ ਉਹਨਾਂ ਨੇ ਇਸ ਮੁੱਦੇ ਨੂੰ ਪੂਰਾ ਕੈਸ਼ ਕਰ ਰਹੇ ਨੇ। ਆਪਣੇ ਗਾਣੇ ਜਿਹੜੇ ਨੇ ਇਹਨਾਂ ਦਿਨਾਂ ਦੇ ਵਿੱਚ ਕੱਢ ਕੇ, ਉਹਨਾਂ ਨੂੰ ਪਤਾ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਖੂਬ ਚੱਲਣਗੇ। ਤੁਹਾਡੀ ਆਪਣੀ ਇਸ ਤੇ ਕੀ ਰਾਏ ਹੈ ਜਦੋਂ ਇਦਾਂ ਦੀਆਂ ਗੱਲਾਂ ਹੁੰਦੀਆਂ ਨੇ? ਤਾਂ ਨਹੀਂ, ਮੈਨੂੰ ਨਹੀਂ ਲੱਗਦਾ ਇਦਾਂ ਦੀ ਕੋਈ ਗੱਲ ਹੈਗੀ ਆ। ਦੇਖੋ ਤੁਸੀਂ ਮੈਂ 20 ਸਾਲ ਹੋ ਗਏ ਇਸ ਫੀਲਡ 'ਚ ਤੇ ਜ਼ਰੂਰੀ ਨਹੀਂ ਕਿ ਦੇਖੋ ਹਰ ਫੀਲਡ ਨੂੰ ਬੜਾ ਧੱਕਾ ਵੱਜਿਆ, ਇਹ 'ਚ ਕੋਈ ਸ਼ੱਕ ਨਹੀਂ ਹੈਗੀ। ਕਰੋਨਾ ਨੇ ਸਾਰੇ ਜਿੰਨੇ ਵੀ ਫੀਲਡ ਹੈਗੇ ਉਹਨਾਂ ਨੂੰ ਬਹੁਤ ਜ਼ਿਆਦਾ, ਇੱਥੇ ਵੀ ਦੇਖਦੇ ਆ ਸਭ ਦੇ ਕਾਰੋਬਾਰ ਠੱਪ ਪਏ ਆ, ਇੰਡੀਆ 'ਚ ਵੀ ਸਭ ਦੇ ਠੱਪ ਪਏ ਆ। ਲੇਕਿਨ ਸਾਡਾ ਕੰਮ ਹੈ ਗਾਉਣਾ ਹੈ ਨਾ। ਤੇ ਕੋਈ ਜ਼ਰੂਰੀ ਨਹੀਂ ਕਿ ਪ੍ਰੋਗਰਾਮ, ਚਲੋ ਜੇ ਤੁਸੀਂ 6 ਮਹੀਨੇ ਨਹੀਂ ਵੀ ਕੀਤੇ ਤਾਂ ਪਰਮਾਤਮਾ ਦੀ ਕਿਰਪਾ ਨਾਲ ਇੰਨੇ ਕੁ ਸਭ ਨੇ ਕਮਾਈ ਕੀਤੀ ਹੋਈ ਹੈ ਕਿ 6 ਮਹੀਨੇ ਬਹਿ ਕੇ ਖਾ ਸਕਦੇ ਤੇ ਘਰਦਿਆਂ ਨੂੰ ਖਵਾ ਸਕਦੇ ਆ, ਜਿੰਨੇ ਹੋਰ ਵੀ ਮਿੱਤਰ ਮਿਲੀ ਆ ਸਭ ਨੂੰ ਖਵਾ ਸਕਦੇ ਹੈ ਨਾ। ਸਾਡਾ ਫਰਜ਼ ਹੈ ਗਾਣੇ ਬਣਾਉਣੇ। ਜੇ ਪ੍ਰੋਗਰਾਮ ਘਟ ਗਏ ਆ ਤੇ ਵੈਸੇ ਰਿਕਾਰਡਿੰਗ ਜਿਹੜੀ ਹੈ ਕੋਈ ਨਾ ਕੋਈ, ਮੈਂ ਤੇ ਫਿਲਮਾਂ ਦੇ ਗਾਣੇ ਬੜੇ ਕਰਦਾ ਹਾਂ ਨਾ। ਮੈਂ ਇੱਥੇ ਕੈਨੇਡਾ 'ਚ ਵੀ ਹਰ ਇੱਕ ਹਫ਼ਤੇ ਕੋਈ ਨਾ ਕੋਈ ਫਿਲਮ ਦਾ ਗਾਣਾ ਕਰ ਲੈਂਦੇ ਜਾਂ ਦੂਜੇ ਗਾਣੇ ਕਰ ਲੈਂਦੇ ਹਾਂ। ਸੋ ਇੱਦਾਂ ਇਹ
ਇਹ ਸਾਰੇ ਫੀਲਡ ਜਿਹੜੇ ਹੈਗੇ ਆ ਸਭ ਨੂੰ ਧੱਕਾ ਵੱਜਿਆ ਕਰੋਨਾ ਵਾਇਰਸ ਕਰਕੇ। ਔਰ ਮੈਨੂੰ ਨਹੀਂ ਲੱਗਦਾ ਕਿ ਇਦਾਂ ਦਾ ਕੋਈ ਨਜ਼ਰੀਆ ਹੁਣ ਰਹਿ ਗਿਆ ਕਿ ਕਲਾਕਾਰ ਵਿਹਲੇ ਬੈਠੇ ਆ ਜੀ ਤਾਂ ਕਰਕੇ ਚਲ ਗਏ। ਨਹੀਂ, ਉਹ ਕਦੇ ਵੀ ਜਦੋਂ ਕਰੋਨਾ ਵਾਇਰਸ ਨਹੀਂ ਵੀ ਸੀਗਾ ਤੇ ਉਦੋਂ ਵੀ ਜਦੋਂ ਉੱਥੇ ਹੜ੍ਹ ਆਏ ਸੀਗੇ ਪੰਜਾਬ 'ਚ, ਉਦੋਂ ਵੀ ਸਾਰੇ ਵੱਧ ਚੜ ਕੇ ਹਿੱਸਾ ਲੈ ਰਹੇ ਸੀਗੇ। ਹੋਰ ਵੀ ਜਦੋਂ ਕੋਈ ਆਪਦਾ ਪੈਂਦੀ ਆ, ਕੋਈ ਵੀ ਵਿਪਤਾ ਪੈਂਦੀ ਆ, ਤੇ ਸਾਡਾ ਫੀਲਡ ਜਿਹੜਾ ਹੈਗਾ ਉਹ ਵੱਧ ਚੜ ਕੇ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰਦਾ ਸੀ। ਮੈਨੂੰ ਨਹੀਂ ਲੱਗਦਾ ਕਿ ਇਦਾਂ ਦੀ ਦਿਮਾਗ 'ਚ ਰੱਖਣੀ ਚਾਹੀਦੀ ਹੈ ਕਿ ਜੀ ਪ੍ਰੋਗਰਾਮ ਘਟ ਗਏ, ਪ੍ਰੋਗਰਾਮ ਤੇ ਘਟ ਗਏ ਤੇ ਫਿਰ ਵੱਧ ਵੀ ਜਾਣੇ ਆ। ਮੈਨੂੰ ਲੱਗਦਾ ਕਿ ਜਦੋਂ, ਕਿਉਂਕਿ ਐਂਟਰਟੇਨਮੈਂਟ ਜਿਹੜੀ ਹੈਗੀ ਆ ਉਹ ਇੰਡਸਟਰੀ ਜੇ ਅੱਜ ਕੱਲ੍ਹ ਥੋੜਾ ਘਾਟੇ ਜਾ ਰਹੀ ਹੈ ਤੇ ਲੋਕ ਅੰਦਰ ਬੈਠੇ ਆ, ਤੇ ਜਦੋਂ ਵੀ ਕਿਤੇ ਮਹਾਰਾਜ ਕਰੇ ਕਰੋਨਾ ਵਾਇਰਸ ਦਾ ਟੀਕਾ ਹੁਣ ਲੱਗਣਾ ਸ਼ੁਰੂ ਹੋ ਗਿਆ ਇੱਥੇ ਕੈਨੇਡਾ 'ਚ, ਤਾਂ ਜਦੋਂ ਇਹ ਠੀਕ ਹੋਣਾ ਤੇ ਲੋਕਾਂ ਨੇ ਅੱਗੇ ਤੋਂ ਦੁੱਗਣੇ ਜਿਹੜੀਆਂ ਖੁਸ਼ੀਆਂ ਜਿਹੜੀਆਂ ਨਾ ਉਹ ਕਰਨੀਆਂ। ਜਿਨ੍ਹਾਂ ਦੇ ਵਿਆਹ ਰੁਕੇ ਹੋਏ, ਕਈਆਂ ਦੇ ਜਿਨ੍ਹਾਂ ਦੇ ਹੋਰ ਫੰਕਸ਼ਨ ਰੁਕੇ ਹੋਏ, ਉਹਨਾਂ ਨੇ ਉੱਥੇ ਜਾ ਕੇ ਇੰਡੀਆ ਜਾ ਕੇ ਡਬਲ ਕਰਨੇ ਆ, ਪੰਜਾਬ 'ਚ ਜਾ ਕੇ ਡਬਲ ਕਰਨੇ, ਤੇ ਪ੍ਰੋਗਰਾਮ ਵੱਧ ਜਾਣੇ ਆ। ਇਦਾਂ ਦੀ ਕੋਈ ਗੱਲ ਨਹੀਂ ਹੈ ਕਿ ਜੀ ਵਿਹਲੇ ਬੈਠੇ ਆ, ਵਿਹਲਾ ਕੋਈ ਨਹੀਂ ਬੈਠਾ ਜੀ। ਤੁਸੀਂ ਕਿੰਨੇ ਦਿਨ ਹੋ ਗਏ ਮੈਨੂੰ ਕਹਿੰਦੇ ਨੇ ਕਿ ਕਰ ਦਿਓ ਜੀ ਇੱਕ ਇੰਟਰਵਿਊ ਜੀ ਬਿਲਕੁਲ, ਹੈ ਨਾ। ਸੋ ਕੋਈ ਨਾ ਕੁਛ ਕਰਦੇ ਰਹਿੰਦੇ ਅਸੀਂ ਜੀ, ਤੇ ਵਿਹਲਾ ਕੋਈ ਨਹੀਂ ਹੈਗਾ। ਬਿਲਕੁਲ, ਵਾਕਈ ਅਸੀਂ ਇਹ ਸੋਚ ਰਹੇ ਸੀ ਕਿ ਹੁਣ ਤੁਸੀਂ ਭਾਰਤ ਜਾਣ ਦੀ ਤਿਆਰੀ ਤਾਂ ਕਰ ਹੀ ਲਈ ਹੈ, ਕਿਸਾਨ ਅੰਦੋਲਨ ਦੇ ਵਿੱਚ ਪੂਰਾ ਡਟ ਕੇ ਹੁਣ ਜੁਟਣ ਲੱਗੇ ਹੋ, ਤੇ ਉਸ ਤੋਂ ਪਹਿਲਾਂ ਸਾਡੇ ਨਾਲ ਗੱਲਾਂ ਬਾਤਾਂ ਕਰਕੇ ਜਾਓ, ਇੰਟਰਵਿਊ ਸਾਨੂੰ ਸਾਡੇ ਨਾਲ ਕਰਕੇ ਜਾਓ। ਸੋ ਵਧੀਆ ਮੌਕਾ ਹੈ। ਚਲੋ ਜਾਣ ਤੋਂ ਕੁਝ ਦਿਨ ਪਹਿਲਾਂ ਹੀ ਇੰਟਰਵਿਊ ਤੁਹਾਡੀ ਹੋ ਗਈ ਹੈ, ਗੱਲਾਂ ਬਾਤਾਂ ਲੋਕ ਬਹੁਤ ਸੁਣਨਾ ਚਾਹੁੰਦੇ ਸੀਗੇ, ਸੋ ਆਪਾਂ ਕਰ ਵੀ ਰਹੇ ਹਾਂ। ਨਛੱਤਰ ਗਿੱਲ ਜੀ, ਬਹੁਤ ਸਾਰੇ ਕਲਾਕਾਰ ਅਜਿਹੇ ਵੀ ਨਿਕਲੇ ਨੇ ਜਿਨ੍ਹਾਂ ਦੀ ਬਹੁਤ ਹੀ ਵੱਖਰੇ ਤਰੀਕੇ ਦੀ ਭੂਮਿਕਾ ਇਸ ਅੰਦੋਲਨ ਦੇ ਵਿੱਚ ਦੇਖਣ ਨੂੰ ਮਿਲੀ ਹੈ। ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦੇਵਾਂਗੀ ਦੀਪ ਸਿੱਧੂ ਦੀ। ਦੀਪ ਸਿੱਧੂ ਦੀਆਂ ਕਿਹੜੀਆਂ ਉਹ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਇਸ ਅੰਦੋਲਨ ਦੇ ਵਿੱਚ ਦੇਖਣ ਨੂੰ ਮਿਲੀਆਂ? ਤੁਸੀਂ ਪੋਜ਼ਿਟਿਵ ਵੀ ਦੱਸ ਸਕਦੇ ਹੋ, ਨੈਗੇਟਿਵ ਵੀ ਦੱਸ ਸਕਦੇ ਹੋ। ਮੈਨੂੰ ਪੋਜ਼ਿਟਿਵ ਹੀ ਲੱਗਿਆ ਦੀਪ ਸਿੱਧੂ, ਕਿਉਂਕਿ ਮੈਂ ਖੈਰ ਫਿਲਮ ਤੇ ਕਦੇ ਨਹੀਂ ਦੇਖੀ ਉਹਨਾਂ ਦੀ, ਮੈਂ ਇਸ ਅੰਦੋਲਨ 'ਚ ਉਹਨਾਂ ਨੂੰ ਬੜਾ ਸੁਣਿਆ। ਦੀਪ ਸਿੱਧੂ ਬੜਾ ਪੜ੍ਹਿਆ ਲਿਖਿਆ ਮੁੰਡਾ ਹੈ ਨਾ, ਵਕੀਲ ਹੈਗਾ, ਉਹਨੂੰ ਗੱਲ ਕਰਨ ਦੀ ਤਮੀਜ਼ ਬੜੀ ਹੈ, ਕਿਹੜੇ ਵੇਲੇ ਕਿਹੜੀ ਗੱਲ ਕਰਨੀ ਹੈ ਨਾ। ਔਰ ਇਸ ਅੰਦੋਲਨ ਨੂੰ ਦਿੱਲੀ ਤੱਕ ਲੈ ਕੇ ਜਾਣ 'ਚ ਔਰ ਯੂਥ ਨੂੰ ਜੋੜਨ 'ਚ ਮੇਰੇ ਖਿਆਲ 'ਚ ਜਿੰਨਾ ਦੀਪ ਸਿੱਧੂ ਦਾ ਹੱਥ ਹੈ, ਤੇ ਹੋਰ ਵੀ ਹੈ ਇੱਕ ਦੋ ਬੰਦੇ, ਲੱਖਾ ਸਿਧਾਣਾ, ਉਹਨਾਂ ਦੀ ਵੀ ਤਾਰੀਫ ਕਰਨੀ ਬਣਦੀ ਹੈ ਨਾ। ਯੂਥ ਬੜਾ ਤੁਰਿਆ ਉਹਨਾਂ ਨਾਲ। ਦੀਪ ਸਿੱਧੂ ਦੀ ਖਾਸ ਗੱਲ ਇਹ ਹੈ ਕਿ ਉਹਨਾਂ ਨੂੰ ਗੱਲ ਕਰਨ ਦਾ ਸਲੀਕਾ ਬੜਾ, ਪੜ੍ਹਿਆ ਲਿਖਿਆ ਹੈ ਮੁੰਡਾ, ਮੁੱਦੇ ਤੇ ਹੀ ਗੱਲ ਕਰਦਾ ਉਹ। ਸੋ ਉਹਦੀ ਬਹੁਤ ਵੱਡੀ ਭੂਮਿਕਾ ਕਰਕੇ ਅਸੀਂ ਤੇ ਲਾਈਵ ਦੇਖਦੇ ਰਹਿੰਦੇ ਸੀਗੇ ਹਮੇਸ਼ਾ। ਤੁਹਾਨੂੰ ਦੱਸਿਆ ਕਿ ਉੱਥੇ ਨਾਲ ਹੀ ਜੁੜੇ ਰਹਿੰਦੇ ਹਮੇਸ਼ਾ ਪੰਜਾਬ ਨਾਲ, ਕਿ ਕੀ ਉੱਥੇ ਨਵੀਂ ਤਾਜ਼ੀ ਹੋ ਰਹੀ ਆ, ਕੀ ਕਿੱਥੇ ਤੱਕ ਪਹੁੰਚਿਆ ਅੰਦੋਲਨ ਹੈ ਨਾ। ਸੋ ਅਸੀਂ ਜਦੋਂ ਲਾਈਵ ਹੋ ਜਾਂਦਾ ਸੀ ਦੀਪ ਸਿੱਧੂ, ਤੇ ਉਹ ਦੇਖਦੇ ਰਹਿੰਦੇ ਸੀ ਕਿ ਲਓ ਜੀ ਹੁਣ ਬਾਰਡਰ ਜਿਹੜਾ ਆ ਉਹ ਕ੍ਰਾਸ ਕਰ ਚੱਲੇ ਆ। ਫਿਰ ਜਦੋਂ ਦਿੱਲੀ ਦੇ ਰਸਤੇ ਜਾ ਰਹੇ ਸੀਗੇ, ਬਿਲਕੁਲ ਦਿੱਲੀ ਐਂਟਰ ਕਰਨ ਲੱਗੇ ਸੀਗੇ, ਇੱਕ ਚੋਰ ਰਸਤਾ ਜਿਹੜਾ ਕਹਿ ਦਿੰਦੇ, ਕਈ ਵਾਰ ਸਾਨੂੰ ਵੀ ਪਤਾ ਹੁੰਦਾ ਨਾ ਕਿੱਧਰੋਂ ਕਿੱਧਰ ਜੀ, ਕਈ ਵਾਰ ਅੜ ਜਾਂਦੇ ਆ, ਕਈ ਵਾਰ ਪ੍ਰੋਗਰਾਮ ਤੇ ਜਾਣਾ ਹੁੰਦਾ ਸੀ, ਲੱਭ ਲੈਂਦੇ ਕਿ ਆਹ ਪਿੰਡ ਨੂੰ ਆਹ ਰਸਤਾ ਬਲੌਕ ਹੋਇਆ ਤੇ ਦੂਜੇ ਪਾਸੇ ਚੱਲ ਚਲੀਏ ਹੈ ਨਾ। ਸੋ ਉੱਦਾਂ ਦੇ ਕਈ ਰਸਤਿਆਂ ਦੇ ਥਰੂ ਜਦੋਂ ਦਿੱਲੀ ਪਹੁੰਚਿਆ ਸੀ, ਬਹੁਤ ਵੱਡਾ ਹੱਥ ਹੈਗਾ ਉਹਨਾਂ ਦਾ ਯੂਥ ਨੂੰ ਅੱਗੇ ਲੈ ਕੇ ਉੱਥੇ ਤੱਕ ਪਹੁੰਚਾਉਣ ਦਾ। ਜੀ ਨਛੱਤਰ ਗਿੱਲ ਜੀ, ਆਪਾਂ ਦੇਖਿਆ, ਸਾਰੇ ਦੇਖ ਰਹੇ ਹਾਂ ਲਗਾਤਾਰ। ਚਲੋ ਤੁਸੀਂ ਅਜੇ ਦਿੱਲੀ ਅੰਦੋਲਨ ਦੇ ਵਿੱਚ ਤਾਂ ਗਏ ਨਹੀਂ, ਹੁਣ ਜਾ ਰਹੇ ਹੋ, ਤੇ ਜਿਹੜੀ ਤਸਵੀਰ ਕੈਨੇਡਾ ਦੇ ਵਿੱਚ ਦੇਖੀ, ਅਸੀਂ ਰੈਲੀਆਂ ਕਵਰ ਕੀਤੀਆਂ, ਤੁਸੀਂ ਖੁਦ ਬਕਾਇਦਾ ਉਹਨਾਂ ਰੈਲੀਆਂ ਦੇ ਵਿੱਚ ਪਹੁੰਚੇ, ਜਿਹੜੀ ਇੱਥੋਂ ਸਪੋਰਟ ਕੈਨੇਡਾ ਤੋਂ ਮਿਲੀ ਹੈ, ਬਲਕਿ ਸਾਰੇ ਕਈ ਮੁਲਕਾਂ ਦੇ ਵਿੱਚੋਂ ਮਿਲੀ ਹੈ। ਕੈਨੇਡਾ ਦੇ ਲੋਕ ਜਿਵੇਂ ਅਜੇ ਤੱਕ ਡਟੇ ਹੋਏ ਨੇ, ਅਜੇ ਤੱਕ ਰੈਲੀਆਂ ਦਾ ਸਿਲਸਿਲਾ ਜਿਹੜਾ ਉਹ ਖਤਮ ਨਹੀਂ ਹੋ ਰਿਹਾ। ਉਹ ਕਹਿੰਦੇ ਨੇ ਕਿ ਜਦੋਂ ਤੱਕ ਉੱਥੇ ਬੈਠੇ ਕਿਸਾਨ ਅੰਦੋਲਨ ਤੇ ਡਟੇ ਹੋਏ ਨੇ, ਠੰਡ 'ਚ ਬੈਠੇ, ਤੇ ਅਸੀਂ ਵੀ ਇੱਥੇ ਲਗਾਤਾਰ ਉਹਨਾਂ ਨੂੰ ਸਪੋਰਟ ਕਰਦੇ ਰਹਾਂਗੇ। ਟੀਵੀ ਤੇ ਹਰ ਜਗ੍ਹਾ ਤੇ ਅਸੀਂ ਦੇਖ ਰਹੇ ਹਾਂ, ਸੋਸ਼ਲ ਮੀਡੀਆ ਦੇ ਉੱਤੇ, ਕਿ ਕਿੰਨਾ ਕੁਝ ਹੋ ਰਿਹਾ ਕੈਨੇਡਾ ਦੇ ਵਿੱਚ। ਕੈਨੇਡਾ ਦੀ ਤਸਵੀਰ ਨੂੰ ਜਿਹੜੀ ਕਿਵੇਂ ਬਿਆਨ ਕਰੋਗੇ? ਜਿਹੜੀ ਇਹ ਸਪੋਰਟ ਹੈ, ਕਿੰਨੀ ਕੁ ਤੁਹਾਨੂੰ ਲੱਗਦਾ ਵੀ ਇਹ ਇੱਦਾਂ ਹੀ ਹੋਣੀ ਚਾਹੀਦੀ ਸੀ, ਜਾਂ ਕੁਝ ਹੋਰ ਅਲੱਗ ਤਰੀਕੇ ਨਾਲ ਵੀ ਹੋ ਸਕਦੀ ਸੀ? ਕੈਨੇਡਾ ਦੇ ਲੋਕ ਨਾ, ਇਹ ਪਹਿਲੀ ਪੀੜ੍ਹੀ ਹੀ ਕਹਿ ਸਕਦੇ ਆ ਕਿ ਇੱਥੇ ਜਿਹੜੀ ਹਲੇ ਫਸਟ ਜਨਰੇਸ਼ਨ ਹੈ, ਕਿਉਂਕਿ ਮੈਂ ਵੀ 3 ਸਾਲ ਹੋਏ ਆ, ਜਾਂ ਸਾਡੇ ਜਿਹੜੇ ਹੋਰ ਬ੍ਰਦਰ ਜਿਹੜੇ ਮੇਰੇ ਹੈ, ਮੇਰੀ ਫੈਮਿਲੀ ਇੱਥੇ ਚਲੋ 25-30 ਸਾਲ ਹੋ ਗਿਆ ਉਹਨਾਂ ਨੂੰ, ਉਹ ਜੁੜੇ ਹੋਏ ਆ ਜ਼ਮੀਨ ਦੇ ਨਾਲ ਉੱਥੇ ਦੀ, ਕਿਉਂਕਿ ਦਿਲ ਉੱਥੇ ਹੀ ਧੜਕਦੇ ਆ। ਹਰ ਸਾਲ ਜਾਣਾ ਹੁੰਦਾ ਹੈ ਉੱਥੇ, ਜਾ ਕੇ ਸੋਸ਼ਲ ਵਰਕ ਵੀ ਕਰਦੇ ਆ ਕੈਨੇਡਾ ਵਾਲੇ ਹੈ ਨਾ। ਤੇ ਇਹ ਚਾਹੇ ਉੱਥੇ ਜਾ ਨਹੀਂ ਸਕਦੇ, ਲੇਕਿਨ ਇਹਨਾਂ ਇੱਥੇ ਸਾਡਾ ਪ੍ਰਾਹੁਣਾ ਹੈਗਾ, ਚਲੋ ਉਹਨਾਂ ਨੂੰ ਵੀ ਹੁੰਦਾ, ਉੱਥੇ ਜਾ ਕੇ ਕੈਂਪ ਲਾਉਂਦੇ। ਬ੍ਰਦਰ ਇੱਕ ਕੈਂਪ ਲਾਉਂਦਾ ਉੱਥੇ ਜਾ ਕੇ, ਚਾਚਾ ਜੀ ਦੇ ਨਾਮ ਤੇ, ਹਰ ਸਾਲ ਮੈਡੀਕਲ ਦਾ ਨਾ। ਸੋ ਇੱਥੇ ਵਾਲੇ ਲੋਕ ਜਿਹੜੇ ਹੈ, ਉੱਥੋਂ ਅਸੀਂ ਰੋਜ਼ ਹੀ ਇੱਥੋਂ ਫੋਨ ਕਰਦੇ ਹਾਂ। ਚਲੋ ਹੁਣ ਪਿੰਡ ਵਾਲਿਆਂ ਨੂੰ ਰੋਜ਼ ਹੀ, ਜਿੰਨੇ ਕਿ ਸਾਡੇ ਵਾਕਫ ਹੈਗੇ ਉਹਨਾਂ ਨੂੰ ਵੀ, ਕਿ ਤੁਸੀਂ ਜਾਓ ਫਿਜ਼ੀਕਲੀ ਉੱਥੇ ਜਾ ਕੇ
ਉਹਨਾਂ 'ਚ ਸ਼ਾਮਲ ਹੋਵੋ, ਅਸੀਂ ਵੀ ਆ ਗਏ ਹਨਾ। ਕੈਨੇਡਾ ਦੇ ਲੋਕ ਬਹੁਤ ਜੁੜੇ ਹੋਏ ਆ ਪੰਜਾਬ ਦੇ ਨਾਲ, ਬਹੁਤ, ਕਿਉਂਕਿ ਜ਼ਮੀਨਾਂ ਉੱਥੇ ਆ, ਸਭ ਦਾ ਟੱਬਰ ਟੀਰ ਉੱਥੇ ਆ ਹਨਾ। ਉਹਨਾਂ ਨੂੰ ਲੱਗਦਾ ਕਿ ਜੇ ਇਹ ਫਾਈਨੈਂਸ਼ਲੀ ਇੱਥੋਂ ਹੈਲਪ ਕਰੀ ਜਾਂਦੇ ਆ ਤੇ ਉਹਨਾਂ ਨੂੰ ਫਾਈਨੈਂਸ਼ਲੀ ਹੈਲਪ ਇੱਕ ਪਾਸੇ, ਲੇਕਿਨ ਉੱਥੇ ਜਿਹੜੇ ਇਹਨਾਂ ਦੇ ਉੱਥੇ ਰਿਸ਼ਤੇਦਾਰ ਬੈਠੇ ਆ ਉਹਨਾਂ ਨੂੰ ਬਹੁਤ ਜ਼ੋਰ ਲਾਉਂਦੇ ਕਿ ਚਲੋ ਟਰਾਲੀਆਂ ਭਰ ਕੇ ਇੱਥੋਂ ਪੈਸੇ ਭੇਜਦੇ ਆ ਕਿ ਤੁਸੀਂ ਉੱਥੇ ਜਾ ਕੇ, ਕਿਉਂਕਿ ਉੱਥੇ ਜਿਹੜਾ ਕਹਿ ਸਕਦੇ ਆ ਇੱਕ ਹਜ਼ੂਮ ਜਿਹੜਾ ਹੋਣਾ ਚਾਹੀਦਾ ਤਾਂ ਕਿ ਮੋਦੀ ਸਰਕਾਰ ਨੂੰ ਉੱਥੇ ਪਤਾ ਲੱਗੇ ਜਿਹੜੀ ਸਰਕਾਰ ਹੈਗੀ ਹੈ। ਹਾਲਾਂਕਿ ਉਹਨਾਂ ਨੇ ਤਾਂ ਪਤਾ ਨਹੀਂ, ਮੈਂ ਆਪਣੇ ਲਾਈਫ 'ਚ ਅੱਜ ਤੱਕ ਇੰਨਾ ਅੜਬ ਬੰਦਾ ਕਦੇ ਨਹੀਂ ਦੇਖਿਆ, ਜੇ ਕਹਿ ਲਈਏ ਉੱਥੇ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਇੰਨਾ ਅੜਬ ਬੰਦਾ ਕਿ ਤੁਸੀਂ ਸਾਰੀ ਦੁਨੀਆ ਉੱਥੇ। ਮੈਂ ਕੱਲ ਪਰਸੋਂ ਇੱਕ ਪੋਸਟ ਵੀ ਪਾਈ ਸੀ ਕਿ ਤੁਸੀਂ MP 'ਚ ਜਾ ਕੇ ਤੁਸੀਂ ਰੈਲੀਆਂ ਕਰੀ ਜਾਂਦੇ ਹੋ, ਕਿਸਾਨ ਪਤਾ ਨਹੀਂ ਕਿੱਥੋਂ ਪੇੜ ਤੁਸੀਂ ਲਿਆ ਕੇ ਉਹਨਾਂ ਨੂੰ ਸਮਝਾਈ ਜਾਂਦੇ ਹੋ। ਐਡੀ ਕਿਹੜੀ ਆਖਰ ਆ ਗਈ ਜਿਹੜੀ ਤੁਹਾਡੇ ਇਕੱਲੇ ਭਾਜਪਾ ਸਰਕਾਰ ਨੂੰ ਹੀ ਸਮਝ ਆਈ ਹੈ ਇਹਨਾਂ ਆਰਡੀਨੈਂਸਾਂ ਦੀ ਹਨਾ। ਬਾਕੀ ਜਿੰਨੀ ਦੁਨੀਆ ਉੱਥੇ ਬੈਠੀ ਆ ਉਹ ਜਾਂ ਤਾਂ ਫਿਰ ਤੁਹਾਡੇ ਵਾਲੇ ਸਕੂਲ 'ਚ ਪੜ੍ਹੇ ਨਹੀਂ ਜਾਂ ਤੁਹਾਡੇ ਵਾਲੇ ਕਾਲਜ 'ਚ ਪੜ੍ਹੇ ਨਹੀਂ ਹੈਗੇ, ਜਿਨ੍ਹਾਂ ਨੂੰ ਸਮਝ ਨਹੀਂ ਆ ਰਹੀ ਹਨਾ। ਤੁਸੀਂ ਜਿੱਥੇ ਮਰਜ਼ੀ, ਸਾਡੇ ਉੱਥੇ ਫਗਵਾੜੇ ਤੋਂ MP ਸਾਹਿਬ ਹੈਗੇ, ਉਹ ਵੀ ਉਸੇ ਸਿੱਟ 'ਚ ਬੈਠੇ ਆ, ਸੋਮ ਪ੍ਰਕਾਸ਼ ਜੀ। ਬਈ ਤੁਸੀਂ ਸਮਝ ਨਹੀਂ ਆਈ ਕਿ ਸਾਰੀ ਦੁਨੀਆ, ਸਾਰੇ ਕਿਸਾਨ ਐਡੇ ਅਨਪੜ੍ਹ ਤੇ ਹੈ ਨਹੀਂ ਜਿਨ੍ਹਾਂ ਨੂੰ ਸਮਝ ਨਹੀਂ ਆਈ ਅਜੇ ਤੱਕ ਜਿਹੜੇ ਤੁਸੀਂ ਆਰਡੀਨੈਂਸ ਹੈ ਨਾ, ਜਿਹੜੇ ਤੁਸੀਂ ਪਾਸ ਕੀਤੇ ਆ। ਹੁਣ ਜੇ ਕੋਈ ਬੰਦਾ ਕਹੇ ਕਿ ਤੁਹਾਨੂੰ ਖੀਰ ਖਵਾਉਣੀ ਆ ਨਾ, ਜਾਂ ਤੁਹਾਨੂੰ ਅੱਜ ਤੁਸੀਂ ਕੋਟ ਪੈਂਟ ਪਾਉਣਾ ਜੀ, ਮੈਨੂੰ ਬਹੁਤ ਚੰਗਾ ਲੱਗਦਾ, ਤੁਹਾਡੇ ਕੋਟ ਪੈਂਟ ਪਾਉਣਾ ਹੀ ਪਾਉਣਾ। ਕਿਸਾਨ ਕਹਿੰਦੇ ਯਾਰ ਮੈਂ ਕੁੜਤੇ ਪਜਾਮੇ 'ਚ ਚੰਗਾ, ਮੈਂ ਨੱਕੇ ਵੀ ਮੋੜਨੇ ਜਾ ਕੇ। ਤੇ ਇੱਕ ਮੇਰੇ ਵਰਗਾ ਬੰਦਾ ਕਹਿੰਦਾ ਮੈਂ ਸਾਰੀ ਉਮਰ ਮਿੱਠਾ ਨਹੀਂ ਖਾਂਦਾ, ਤੁਸੀਂ ਮੈਨੂੰ ਕਿਉਂ ਦੇ ਰਹੇ ਹੋ? ਜੇ ਮੈਂ ਮੰਗੂਗਾ ਤੇ ਤੁਸੀਂ ਮੈਨੂੰ ਦੇ ਦਿਓ, ਜੇ ਜਿਹੜੀ ਕੁਛ ਚੀਜ਼ ਚਾਹੀਦੀ ਨਹੀਂ ਉਹ ਤੁਸੀਂ ਧੱਕੇ ਨਾਲ ਕਹਿ ਰਹੇ ਹੋ। ਔਰ ਅਮੈਂਡਮੈਂਟ ਦੀ ਹੁਣ ਦੇਖੋ ਤੁਸੀਂ, ਜੇ ਕੋਈ ਉਹਦੇ 'ਚ ਅਮੈਂਡਮੈਂਟ ਤੇ ਤਾਂ ਹੀ ਹੁੰਦੀ ਹੈ ਜੇ ਤੁਹਾਨੂੰ ਲੱਗਦਾ ਕਿ ਸਾਡੇ ਤੋਂ ਕੋਈ ਗਲਤੀ ਹੋ ਗਈ ਹੈ ਹਨਾ। ਮੈਂ ਰੋਜ਼ ਹੀ ਅਸੀਂ ਸੁਣਦੇ ਹਾਂ ਉਹਨਾਂ ਦੀਆਂ ਸਪੀਚਾਂ ਕਿ ਜਿਹੜੀ ਅੱਜ ਦੀ ਮੌਜੂਦਾ ਸਰਕਾਰ ਹੈਗੀ, ਅਸੀਂ ਜੇ ਸਮਝਾਵਾਂਗੇ ਜਾ ਕੇ। MP 'ਚ ਤੁਸੀਂ ਚਲ ਗਏ ਸਮਝਾਉਣ, ਰੋਜ਼ ਹੀ ਮਨ ਕੀ ਬਾਤ ਕਰਦੇ ਆ। ਜਿਹੜੇ ਤੁਹਾਡੇ ਘਰ ਤੋਂ 20 ਕਿਲੋਮੀਟਰ ਦੂਰ ਬੈਠੇ ਆ ਕਿਸਾਨ, 4 ਤੋਂ 5 ਲੱਖ ਬੰਦਾ ਉੱਥੇ ਹਨਾ, ਨਾਰਥ ਇੰਡੀਆ ਦਾ ਸਾਰਾ ਉੱਥੇ ਆ ਕੇ ਬੈਠਾ, ਉਹਨਾਂ ਨੂੰ ਜਾ ਕੇ ਸਮਝਾਓ ਕਿ ਉਹਨਾਂ ਦੇ ਹਨਾ। ਤੇ ਮੈਨੂੰ ਸਮਝ ਨਹੀਂ ਆ ਰਹੀ, ਸਰਕਾਰ ਇੰਨੀ ਬੜੇ ਬੜੇ ਤਾਨਾਸ਼ਾਹ ਆਏ ਆ ਇੱਥੇ ਹਨਾ, ਆਏ ਆ ਤੇ ਚਲੇ ਗਏ। ਗਦਾਫੀ ਦਾ ਤੁਸੀਂ ਹਾਲ ਦੇਖਿਆ ਹੋਣਾ, ਹੋਰ ਔਰੰਗਜ਼ੇਬ ਹਨਾ, ਜਿੰਨੇ ਵੀ ਆਏ ਆ। ਤੇ ਔਰ ਇਹ ਤਾਂ ਲੋਕਤੰਤਰ ਹੈ, ਤੁਸੀਂ ਲੋਕਾਂ ਵੱਲੋਂ ਚੁਣ ਕੇ ਆਏ ਹੋ ਤੁਸੀਂ ਜੇ ਹਨਾ। ਤੇ ਅੱਜ ਚਲੋ ਤੁਹਾਡੀ ਚੱਲਦੀ ਹੈ, ਤੇ ਜਿਹਦੀ ਅੱਜ ਚੱਲਦੀ ਹੋ ਸਕਦਾ ਕੱਲ ਨੂੰ ਪਤਾ ਨਹੀਂ ਕੀ ਹਾਲ ਹੋਣਾ ਹਨਾ। ਸੋ ਤੁਹਾਨੂੰ ਆਪਣਾ ਜਿਹੜਾ ਜੇ ਲੋਕਾਂ ਨੇ ਤੁਹਾਨੂੰ ਚੁਣਿਆ ਤੇ ਲੋਕਾਂ ਦੇ ਪੱਖ ਦੀ ਗੱਲ ਕਰਨੀ ਚਾਹੀਦੀ ਹੈ। ਪਤਾ ਨਹੀਂ ਅੜਵਾਈ ਹੈ, ਸਮਝ ਨਹੀਂ ਆ ਰਹੀ, ਲੇਕਿਨ ਪੰਜਾਬੀ ਹਮੇਸ਼ਾ ਕਹਿੰਦੇ ਸਰ ਕਰਕੇ ਹੀ ਆਉਂਦੇ ਹੁੰਦੇ, ਜਿੱਥੇ ਪਹੁੰਚ ਜਾਣਾ। ਤੁਸੀਂ ਦੇਖਦੇ ਹੋ ਉੱਥੇ ਲੰਗਰ ਲਾਏ ਹੋਏ ਸਭ ਹਨਾ, ਤੇ ਬਜ਼ੁਰਗ, ਬੱਚੇ, ਬੀਬੀਆਂ ਬੜੇ ਇਸ ਅੰਦੋਲਨ 'ਚ ਵੱਧ ਚੜ ਕੇ ਹਿੱਸਾ ਲੈ ਰਹੇ ਆ। ਪਰਮਾਤਮਾ ਕਰੇ ਬਹੁਤ ਜਲਦੀ ਉੱਥੋਂ ਜਿੱਤ ਕੇ ਵਾਪਸ ਮੁੜਾਂਗੇ ਜੀ। ਨਛੱਤਰ ਜੀ, ਕੁਝ ਲੋਕ ਜਿਵੇਂ ਕਿ ਹੁਣ ਤੁਸੀਂ ਦੱਸ ਰਹੇ ਸੀਗੇ ਕਿ ਆਰਡੀਨੈਂਸ ਜਦੋਂ ਕਿਸੇ ਨੂੰ ਚਾਹੀਦੀ ਨਹੀਂ, ਜੇ ਕਹਿੰਦੇ ਨੇ ਕਿ ਰੱਦ ਕਰ ਦਿਓ ਤਾਂ ਕਰ ਦੇਣੇ ਚਾਹੀਦੇ ਨੇ। ਬਹੁਤ ਸਾਰੇ ਲੋਕ ਅਜਿਹੇ ਮੋੜ ਦੇ ਉੱਤੇ, ਜਦੋਂ ਅੰਦੋਲਨ ਦੇ ਕਾਫੀ ਦਿਨ ਹੋ ਗਏ ਨੇ, ਤਾਂ ਕੁਝ ਲੋਕ ਹੁਣ ਇਹ ਕਹਿਣ ਲੱਗ ਗਏ ਨੇ ਕਿ ਸਰਕਾਰ ਸਾਰਾ ਕੁਝ ਕਰਨ ਲਈ ਤਿਆਰ ਹੈ, ਕਿਉਂਕਿ ਸਰਕਾਰ ਤਾਂ ਪਹਿਲਾਂ ਹੀ ਇਹ ਮੈਸੇਜ ਪਹੁੰਚਾ ਰਹੀ ਹੈ, ਇਹ ਚਿੱਠੀਆਂ ਭੇਜ ਕੇ ਇੱਕ ਇਸ ਤਰੀਕੇ ਦੀ ਚਾਲ ਚੱਲੀ ਜਾ ਰਹੀ ਹੈ ਕਿ ਜਿਹੜੇ ਬਾਕੀ ਲੋਕ ਨੇ ਉਹ ਇਹ ਸੋਚਣ ਕਿ ਸਰਕਾਰ ਤਾਂ ਮੰਨਣ ਨੂੰ ਤਿਆਰ ਹੈ ਮੰਗਾ, ਪਰ ਕਿਸਾਨ ਜਿਹੜੇ ਨੇ ਉਹ ਹੀ ਨਹੀਂ ਗੱਲਬਾਤ ਲਈ ਆ ਰਹੇ, ਉਹ ਹੀ ਨਹੀਂ ਹੁਣ ਮਨਵਾਉਣਾ ਚਾਹੁੰਦੇ, ਉਹ ਸਿਰਫ ਜ਼ਿੱਦ ਤੇ ਅੜੇ ਹੋਏ ਆ। ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੇ ਲੋਕ ਇਹ ਕਹਿ ਰਹੇ ਨੇ ਕਿ ਹੁਣ ਕਿਸਾਨਾਂ ਨੂੰ ਕੋਈ ਵਿਚਲਾ ਰਸਤਾ ਕੱਢਣ ਦਾ ਸੋਚ ਲੈਣਾ ਚਾਹੀਦਾ? ਕਿਸਾਨ ਵੀ ਹੁਣ ਜ਼ਿੱਦ ਤੇ ਕਿਉਂ ਅੜੇ ਹੋਏ ਨੇ ਕਿ ਰੱਦ ਕਰੋ ਰੱਦ ਕਰੋ? ਜੇ ਸਰਕਾਰ ਕੁਝ ਕਰਨਾ ਚਾਹੁੰਦੀ, ਉਹ ਸਾਰਾ ਕੁਝ ਤਾਂ ਕਰ ਰਹੀ ਹੈ, ਉਹ ਸੌਦਾ ਤਾਂ ਕਰ ਹੀ ਰਹੀ ਹੈ, ਤੇ ਜਦੋਂ ਕਿਸਾਨਾਂ ਦੇ ਹੱਕ 'ਚ ਸੌਦਾ ਕਰ ਰਹੀ ਹੈ ਤਾਂ ਕਿਸਾਨਾਂ ਨੂੰ ਮੰਨ ਜਾਣਾ ਚਾਹੀਦਾ। ਜਦੋਂ ਤੁਸੀਂ ਇੱਦਾਂ ਦੀਆਂ ਖਬਰਾਂ ਸੁਣਦੇ ਹੋ ਜਾਂ ਇੱਦਾਂ ਦੀ ਸੋਸ਼ਲ ਮੀਡੀਆ ਦੇ ਉੱਤੇ ਤਕਰੀਰਾਂ ਸੁਣਦੇ ਹੋ, ਤਾਂ ਤੁਹਾਨੂੰ ਕੀ ਲੱਗਦਾ ਹੈ, ਮਤਲਬ ਤੁਹਾਡਾ ਆਪਣਾ ਪੱਖ ਜਿਹੜਾ ਹੈ, ਪਰਸਨਲ ਰਾਏ ਕੀ ਹੈ ਇਸ 'ਤੇ? ਮੈਨੂੰ ਲੱਗਦਾ ਹੈ ਕਿ ਅਮੈਂਡਮੈਂਟ ਦੀ ਤੇ ਇਹਦੇ 'ਚ ਗੱਲ ਹੀ ਹੈ ਨਹੀਂ। ਮੈਨੂੰ ਲੱਗਦਾ ਕਿ ਜਿਹੜਾ ਤੁਸੀਂ ਕਾਨੂੰਨ ਜਿਹੜਾ ਥੋਪ ਰਹੇ ਹੋ ਹਨਾ, ਸਰਕਾਰ ਤੇ ਜ਼ਿੱਦ ਤੇ ਅੜੀ ਹੋਈ ਆ। ਉਹਨਾਂ ਨੂੰ ਇਹ ਲੱਗਦਾ ਕਿ ਜੇ ਅਸੀਂ ਮੰਨ ਗਏ, ਅਮੈਂਡਮੈਂਟ ਕਰ ਦਿੰਦੇ ਆ। ਅਮੈਂਡਮੈਂਟ ਵੀ ਤਾਂ ਹੀ ਕੀਤੀ ਜਾਂਦੀ ਜੇ ਉਹਨਾਂ ਨੂੰ ਲੱਗਦਾ ਕਿ ਸਾਡੇ ਤੋਂ ਗਲਤੀ ਹੋ ਗਈ ਹਨਾ, ਉਹਦੇ 'ਚ ਸੋਧ ਕਰ ਦਿੰਦੇ ਆ। ਤੇ ਸਰਕਾਰ ਦਾ ਰਵੱਈਆ ਮੈਨੂੰ ਲੱਗਦਾ ਇਹ ਹੈ ਕਿ ਉਹਨਾਂ ਨੂੰ ਲੱਗਦਾ ਕਿ ਜੇ ਅਸੀਂ ਇੱਧਰ ਅਸੀਂ ਕੈਂਸਲ ਕਰਤਾ ਤੇ ਸਾਨੂੰ 370 ਵਾਲਾ ਪੰਗਾ ਪੈ ਜਾਣਾ। ਫਿਰ ਉਹ ਜਿਹੜੇ ਅਸੀਂ ਪਹਿਲੇ ਬਿੱਲ ਪਾਸ ਕੀਤੇ ਹੋਏ, ਦੇਖੋ ਤੁਸੀਂ ਪਹਿਲਾਂ ਲੋਕ ਨਹੀਂ ਬੋਲੇ ਜਦੋਂ ਪ੍ਰਧਾਨ ਮੰਤਰੀ ਸਾਹਿਬ ਨੇ 8 ਵਜੇ ਕਹਿ ਦਿੱਤਾ ਸੀ ਕਿ ਲਓ ਜੀ ਜਿੰਨੇ ਪੁਰਾਣੇ ਜਿੰਨੇ ਨੋਟ ਹੈਗੇ ਆ 500 ਦੇ ਤੇ 1000 ਦੇ, ਚਲੋ ਜੀ ਉਹ ਸਾਰੇ ਪੁਰਾਣੀ ਜਿਹੜੀ ਕਰੰਸੀ ਹੈ ਉਹ ਬੰਦ ਹੈ ਨਾ।
ਤੇ ਕਰਕੇ ਬਾਹਰ ਨੂੰ ਚਲੇ ਗਏ, ਉਦੋਂ ਲੋਕ ਤੁਹਾਨੂੰ ਪਤਾ ਕਿਦਾਂ ਹਨਾ ਲਾਈਨਾਂ 'ਚ ਲੱਗ ਕੇ ਬਿਲਕੁਲ ਬਿਲਕੁਲ 200 ਰੁਪਈਆ 500 ਰੁਪਈਆ ਬੈਂਕ 'ਚੋਂ ਕਢਾਉਣ ਲਈ ਹਨਾ ਲਾਈਨਾਂ 'ਚ ਲੱਗੇ ਰਹੇ। ਜੀ ਉਸ ਤੋਂ ਬਾਅਦ ਫਿਰ GST ਦਾ ਪੰਗਾ ਪਾ ਲਿਆ ਹਨਾ, ਤੇ ਉਹ ਇਹਨਾਂ ਨੂੰ ਲੱਗਦਾ ਸੀਗਾ ਕਿ ਲੋਕ ਮੰਨ ਜਾਣਗੇ ਹਨਾ, ਕਰਕੇ ਸਰਕਾਰ ਹੈਗੀ ਆ ਕਿ ਆਪਣੀਆਂ ਅੱਖਾਂ ਮੀਟ ਕੇ ਚਲੇ ਜਾਂਦੀ ਆ। ਫਿਰ ਜਦੋਂ ਕਰੋਨਾ ਆਇਆ ਬਿਨਾਂ ਗੱਲ ਤੋਂ ਹਨਾ, ਪਹਿਲਾਂ ਤੇ ਟਰੰਪ ਸਾਹਿਬ ਦੀ ਰੈਲੀ ਨਹੀਂ ਸੀ ਕਰਨੀ ਚਾਹੀਦੀ ਮੇਰੇ ਖਿਆਲ 'ਚ ਹਨਾ, ਉਦੋਂ ਤੱਕ ਤਕਰੀਬਨ ਅੱਧੇ ਵਰਲਡ 'ਚ ਕਰੋਨਾ ਫੈਲ ਗਿਆ ਸੀਗਾ। ਮੇਰੇ ਖਿਆਲ 15 ਫਰਵਰੀ ਦੇ ਦੁਆਲੇ ਉੱਥੇ ਇਹਨਾਂ ਨੇ ਆਓ ਭਗਤ ਕੀਤੀ ਸੀ ਨਾ ਟਰੰਪ ਸਾਹਿਬ ਦੀ ਜੀ ਹਨਾ, ਤੇ ਉਹ ਫਿਰ ਇੱਕੋ ਦਮ ਇਹਨਾਂ ਨੇ ਬੰਦ ਕਰਤਾ। ਲੋਕ ਪਟੜੀਆਂ ਤੇ ਤੁਰ ਕੇ ਗਏ, ਰੇਲਾਂ 'ਚ ਬੰਦ ਕਰਨੀਆਂ ਸੀ, ਤੁਹਾਨੂੰ 2-4 ਦਿਨ ਦੇਣੇ ਚਾਹੀਦੇ ਆ ਨਾ ਕਿ ਤੁਸੀਂ ਭਾਈ ਆਪਣੇ ਆਪਣੇ ਘਰ ਪਹੁੰਚ ਜਾਓ। ਪੰਜਾਬੀਆਂ ਨੇ ਉਦੋਂ ਵੀ ਬੜੀ ਖੁੱਲ੍ਹ ਦਿਲੀ ਨਾਲ ਸਭ ਦੀ ਹਨਾ, ਜਿੰਨੇ ਵੀ ਹੈ ਸੀ ਉੱਥੇ, ਕਿਉਂਕਿ ਪੰਜਾਬ 'ਚ ਬੜੇ ਲੋਕ ਕਿਰਤੀ ਹੈਗੇ ਆ, ਬਾਹਰਲੇ ਜਿੰਨੇ ਸੂਬੇ ਉਹਨਾਂ 'ਚੋਂ ਆਉਂਦੇ, ਬੜੀ ਉਹਨਾਂ ਦੀ ਉਹਨਾਂ ਨੂੰ ਜਿੰਨਾ ਕੁ ਲੰਗਰ ਲਾ ਸਕਦੇ ਸੀਗੇ। ਪੰਜਾਬੀਆਂ ਦੀ ਪਹਿਲਾਂ ਤੋਂ ਫਿਤਰਤ ਹੈਗੀ ਆ ਕਿ ਭੁੱਖਾ ਨਹੀਂ ਕਿਸੇ ਨੂੰ ਹਨਾ ਜੀ ਬਿਲਕੁਲ ਸੌਣ ਦਿੰਦੇ। ਹਾਂ, ਸੋ ਆਪਣੇ ਬੰਦਿਆਂ ਨੇ ਬੜਾ ਹੈਲਪ ਕੀਤੀ ਆ, ਤੇ ਮੈਨੂੰ ਲੱਗਦਾ ਕਿ ਸਿਰਫ ਅੜੀ ਹੈ ਕਿ ਸਾਨੂੰ, ਨਹੀਂ ਤਾਂ ਪਿਛਲੇ ਜਿਹੜੇ ਬਿੱਲ ਹੈਗੇ ਬਾਕੀ ਜਿਹੜੇ ਅਸੀਂ ਪਾਸ ਕੀਤੇ ਉਹ ਵੀ ਕਰਨੇ ਪੈਣੇ ਆ, ਤੇ ਅੜੀ ਹੈ। ਹੋਰ ਮੈਨੂੰ ਨਹੀਂ ਲੱਗਦਾ ਉਹਨਾਂ ਨੂੰ ਹੈਗਾ ਕਿ ਜੇ ਅਸੀਂ ਮੰਨ ਗਏ ਤੇ ਸਾਨੂੰ ਪਿਛਲੇ ਵੀ ਜਿਹੜੇ ਮੰਨਣੇ ਪੈਣੇ ਆ, ਤੇ ਮੰਨ ਜਾਣਾ ਚਾਹੀਦਾ ਮੇਰੇ ਖਿਆਲ 'ਚ। ਬਿਲਕੁਲ ਨਛੱਤਰ ਜੀ, ਗੱਲਬਾਤ ਹੋਰ ਵੀ ਨੇ, ਕੁਐਸਚਨ ਅੱਗੇ ਹੋਰ ਵੀ ਆਪਾਂ ਕਰਾਂਗੇ, ਜਵਾਬ ਵੀ ਤੁਹਾਡੇ ਤੋਂ ਲਵਾਂਗੇ। ਪਹਿਲਾਂ ਤਾਂ ਕਈ ਕਲਾਕਾਰਾਂ ਦੇ ਗੀਤ ਇਸ ਤਰੀਕੇ ਨਾਲ ਆਏ ਜਿਨ੍ਹਾਂ 'ਚ ਜਦੋਂ ਵੱਜੇ, ਤੇ ਅੱਜ ਵੀ ਜਦੋਂ ਜਿਵੇਂ ਅੰਦੋਲਨ ਦੇ ਵਿੱਚ ਜਦੋਂ ਕਿਸਾਨ ਬੈਠੇ ਹੁੰਦੇ ਨੇ, ਜਦੋਂ ਫ੍ਰੀ ਹੋ ਜਾਂਦੇ ਨੇ ਵਿਚਾਰੇ, ਜਦੋਂ ਬੈਠੇ ਹੁੰਦੇ ਨੇ ਤਾਂ ਉਹ ਗੀਤ ਲਗਾ ਕੇ ਸੁਣਦੇ, ਉਹਨਾਂ ਦੇ ਵਿੱਚ ਜੋਸ਼ ਭਰ ਦਿੰਦੇ ਨੇ, ਕਿਉਂਕਿ ਕਲਾਕਾਰਾਂ ਨੇ ਜਿਹੜੇ ਇਹਨਾਂ ਦਿਨਾਂ ਦੇ ਵਿੱਚ ਗੀਤ ਕੱਢੇ, ਬਹੁਤ ਹੀ ਜੋਸ਼ੀਲੀਆਂ ਲਾਈਨਾਂ ਉਹਨਾਂ ਨੇ ਲਿਖੀਆਂ, ਹਰ ਸਿਚੁਏਸ਼ਨ ਨੂੰ ਬਿਆਨ ਕੀਤਾ ਹੈ। ਨਛੱਤਰ ਵੀਰ ਜੀ, ਤੁਹਾਡੇ ਵੱਲੋਂ ਜੋ ਲਿਖਿਆ ਗਿਆ ਉਹ ਪਲੀਜ਼ ਦਰਸ਼ਕਾਂ ਨੂੰ ਸੁਣਾਓ। ਮੈਂ ਗਾਣਾ ਕੀਤਾ ਸੀਗਾ ਜੀ, ਕਿਉਂਕਿ ਮੈਂ ਤੁਹਾਨੂੰ ਦੱਸਿਆ ਕਿ 6ਵੇਂ ਪਾਤਸ਼ਾਹ ਵੇਲੇ ਢਾਡੀ ਸਿੰਘ ਜਿਹੜੇ ਹੈ ਉਹ ਜੋਸ਼ ਭਰਦੇ ਹੁੰਦੇ ਸੀਗੇ ਜੀ, ਤੇ 10ਵੇਂ ਪਾਤਸ਼ਾਹ ਵੇਲੇ ਫਿਰ ਕਵੀਸ਼ਰ ਆ ਗਏ, ਉਹ ਜੋਸ਼ ਭਰਦੇ ਸੀਗੇ। ਜੀ ਅਸੀਂ ਵੱਖ-ਵੱਖ ਮੁੱਦਿਆਂ ਤੇ ਗੀਤ ਗਾਉਂਦੇ ਰਹਿੰਦੇ ਆ। ਇਹ ਜੋਸ਼ ਭਰਨ ਲਈ ਇੱਕ ਮੈਂ ਗਾਣਾ ਕੀਤਾ ਸੀਗਾ, ਜਿਹੜੇ ਵੀ ਉੱਥੇ ਬੈਠੇ ਆ। ਸਾਡੇ ਨਾਲ ਪੰਗਾ ਲੈਣਾ, ਮਹਿੰਗੇ ਮੁੱਲ ਤੈਨੂੰ ਪੈਣਾ, ਸਾਡੇ ਨਾਲ ਪੰਗਾ ਲੈਣਾ, ਮਹਿੰਗੇ ਮੁੱਲ ਤੈਨੂੰ ਪੈਣਾ, ਓਏ ਅਣਖੀ ਸਰਦਾਰ ਸੂਰਮੇ, ਪਤਾ ਨਹੀਂ ਜਨਾਬ ਨੂੰ, ਆਕੜ ਤੇਰੀ ਭੰਨ ਕੇ ਦਿੱਲੀਏ, ਓਏ ਮੁੜਾਂਗੇ ਪੰਜਾਬ ਨੂੰ, ਆਕੜ ਤੇਰੀ ਭੰਨ ਕੇ ਦਿੱਲੀਏ, ਮੁੜਾਂਗੇ ਪੰਜਾਬ ਨੂੰ, ਆਕੜ ਤੇਰੀ ਭੰਨ ਕੇ ਦਿੱਲੀਏ। ਹੋ ਸਾਂਝਾ ਸੰਘਰਸ਼ ਮੋਰਚਾ ਆਪਣੇ ਹੱਕਾਂ ਲਈ ਅੜਿਆ, MP ਹਰਿਆਣਾ UP ਪੰਜਾਬ ਦੇ ਨਾਲ ਅਖੜਿਆ, ਅੱਤਵਾਦੀ ਵੱਖਵਾਦੀ ਦੇ ਹੋਏ ਦਿੱਤੇ ਨੇ ਖਿਤਾਬ ਤੂੰ, ਆਕੜ ਤੇਰੀ ਭੰਨ ਕੇ ਦਿੱਲੀਏ, ਮੁੜਾਂਗੇ ਪੰਜਾਬ ਨੂੰ, ਆਕੜ ਤੇਰੀ ਭੰਨ ਕੇ ਦਿੱਲੀਏ। ਮੈਨੂੰ ਲੱਗਦਾ ਨਹੀਂ ਪੰਜਾਬ ਨੂੰ ਮੁੜਨਾ, ਆਪਾਂ ਉੱਥੇ ਹੀ ਰਹਿਣਾ ਜੇ, ਕਰਕੇ ਅਸੀਂ ਤੇ ਵਾਂਢੇ ਕਿਉਂ ਨਹੀਂ ਮੁੜਦੇ ਜੀ ਹਨਾ। ਮਹੀਨਾ ਬਹੁਤ ਹੀ ਬਿਲਕੁਲ ਬਹੁਤ ਹੀ ਖੂਬਸੂਰਤ ਸਤਰਾਂ ਨੇ, ਔਰ ਵਾਕਈ ਬੜੀਆਂ ਜੋਸ਼ੀਲੀਆਂ ਨੇ, ਔਰ ਬਹੁਤ ਸਾਰੇ ਮਤਲਬ ਜਦੋਂ ਨਛੱਤਰ ਜੀ ਅੰਦੋਲਨ ਦੇ ਵਿੱਚ ਅਸੀਂ ਦੇਖਿਆ, ਮੀਡੀਆ ਕਵਰੇਜ ਵੀ ਜਦੋਂ ਅਸੀਂ ਦੇਖਦੇ ਹਾਂ, ਜਦੋਂ ਸਾਰੇ ਸਵੇਰ ਦਿਨ ਦੀ ਰਣਨੀਤੀ ਘੜਨ ਤੋਂ ਬਾਅਦ ਜਦੋਂ ਕਿਸਾਨ ਥੱਕ ਹਾਰ ਜਾਂਦੇ ਨੇ, ਜਦੋਂ ਹੁਣ ਆਪਣੀਆਂ ਟਰਾਲੀਆਂ ਦੇ ਵਿੱਚ ਲੇਟ ਚੁੱਕੇ ਨੇ, ਬੇਸ਼ੱਕ ਉਹ ਜਦੋਂ ਸੌਂਦੇ ਨੇ ਵਿਚਾਰੇ ਤਾਂ ਬੜਾ ਕੁਛ ਉਹਨਾਂ ਦੇ ਦਿਮਾਗ ਦੇ ਵਿੱਚ, ਬੜਾ ਕੁਛ ਉਹਨਾਂ ਦੇ ਅੰਦਰ ਚੱਲਦਾ ਹੁੰਦਾ ਹੈ। ਸੋ ਅਜਿਹੇ ਦੇ ਵਿੱਚ ਇਹ ਵੀ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ, ਹਾਲਾਂਕਿ ਕੁਝ ਨੌਜਵਾਨਾਂ ਨੂੰ ਕੋਸ਼ਿਸ਼ ਕੀਤੀ ਗਈ, ਉਹਨਾਂ ਨੂੰ ਇਹ ਕਿਹਾ ਗਿਆ ਵੀ ਤੁਸੀਂ ਟਰਾਲੀਆਂ ਦੇ ਉੱਤੇ ਜਦੋਂ ਇਸ ਤਰੀਕੇ ਦੇ ਤੁਸੀਂ DJ ਵਗੈਰਾ ਜਿਹੜੇ ਆਪ ਸੈਟਿੰਗ ਜੀ ਕੀਤੀ ਸਪੀਕਰਾਂ ਦੀ, ਵੀ ਇਹ ਕਾਹਦੇ ਤੋਂ ਕੀਤੀ ਹੋਈ ਹੈ, ਵੀ ਅੰਦੋਲਨ ਦੇ ਵਿੱਚ ਗਾਣੇ ਜਿਹੜੇ ਨੇ ਉਹ ਨਹੀਂ ਚੱਲਣੇ ਚਾਹੀਦੇ। ਸੋ ਉਹਨਾਂ ਨੇ ਵੀ ਇਹੀ ਜਵਾਬ ਦਿੱਤਾ ਸੀ ਕਿ ਇਹ ਗਾਣੇ ਅਸੀਂ ਸਿਰਫ ਫਨ ਵਾਸਤੇ ਨਹੀਂ ਲਗਾਏ, ਇਹ ਉਹ ਸੌਂਗਸ ਨੇ, ਉਹ ਗੀਤ ਨੇ ਜਿਹੜੇ ਇਹਨਾਂ ਦਿਨਾਂ ਦੇ ਵਿੱਚ ਜੋਸ਼ ਭਰ ਰਹੇ ਨੇ, ਤੇ ਅਸੀਂ ਇਹ ਟਰਾਲੀਆਂ ਦੇ ਵਿੱਚ ਜਦੋਂ ਲੈ ਕੇ ਤੁਰਦੇ ਹਾਂ ਕਾਫਿਲੇ ਦੇ ਵਿੱਚ, ਤਾਂ ਜਿਹੜੇ ਕੁਝ ਵਿਚਾਰੇ ਲੋਕ ਜਿਨ੍ਹਾਂ ਦਾ ਹੌਸਲਾ ਕਿਤੇ ਨਾ ਕਿਤੇ ਹੋ ਜਾਂਦਾ ਹੈ, ਥੋੜ੍ਹਾ ਡਾਵਾਡੋਲ ਹੋ ਜਾਂਦਾ ਹੈ ਕਿਸੇ ਦੀ ਸਿਹਤ ਦੀ ਖਰਾਬੀ ਕਰਕੇ, ਜਾਂ ਕਿਸੇ ਨੂੰ ਪਿੱਛੇ ਜਿਹੜੀ ਪਰੇਸ਼ਾਨੀ ਜਿਹੜੀ ਸਤਾ ਰਹੀ ਹੈ, ਘਰੇਲੂ ਹੋਰ ਬੜੀਆਂ ਤਰ੍ਹਾਂ ਦੀਆਂ ਚੀਜ਼ਾਂ ਨੇ, ਕਹਿੰਦੇ ਅਸੀਂ ਉਹਨਾਂ ਵਿੱਚ ਜੋਸ਼ ਭਰਦੇ ਹਾਂ। ਸੋ ਇਸ ਲਈ ਅਸੀਂ ਜਿਹੜਾ ਇਹ ਸਪੀਕਰਾਂ ਦੇ ਉੱਤੇ ਗਾਣੇ ਚਲਾ ਰਹੇ ਹਾਂ। ਸੋ ਇਹ ਤੁਹਾਡੇ ਵਰਗੇ ਕਲਾਕਾਰਾਂ ਦੇ ਸਾਰੇ ਗੀਤ ਨੇ ਜਿਹੜੇ ਇਹਨਾਂ ਦਿਨਾਂ ਦੇ ਵਿੱਚ ਉਸ ਅੰਦੋਲਨ ਨੂੰ ਹੋਰ ਜ਼ਿਆਦਾ ਬਲ ਦੇ ਰਹੇ ਨੇ। ਜੀ ਬਿਲਕੁਲ। ਮੈਨੂੰ ਗੱਲ ਯਾਦ ਆ ਗਈ,
ਹੈ ਨਾ। ਮੈਂ ਜਦੋਂ ਮੈਂ ਸ਼ੁਰੂ ਕੀਤਾ ਸੀ ਨਾ, ਮੈਂ ਮੁੜ ਕੇ ਫਿਰ ਕਿਸਾਨੀ ਅੰਦੋਲਨ ਤੇ ਆ ਜਾਵਾਂ ਕਿ ਕਿਉਂ ਅਸੀਂ ਆਪਣੇ ਹੱਕਾਂ ਲਈ ਲੜ ਰਹੇ ਹਾਂ। ਸਮਝ ਲਓ ਕਿ ਆੜਤੀ ਦਾ ਤੇ ਕਿਸਾਨ ਦਾ ਰਿਸ਼ਤਾ ਬੜਾ ਕਮਾਲ ਦਾ ਹੁੰਦਾ ਹੈ ਨਾ। ਤੁਸੀਂ ਕਦੇ ਵੀ ਤੁਹਾਨੂੰ ਕਿਤੇ ਘਰ 'ਚ ਪ੍ਰੋਬਲਮ ਪੈਂਦੀ, ਅੱਧੀ ਰਾਤ ਨੂੰ ਤੁਹਾਨੂੰ ਬੈਂਕ ਤੋਂ ਤੁਸੀਂ ਬੜਾ ਪੇਪਰ ਵਰਕ 20 ਜਗ੍ਹਾ ਤੋਂ, ਅਸੀਂ ਕਿਤੇ ਗੱਡੀ ਲਈ ਲੋਨ ਲੈਣਾ ਹੁੰਦਾ ਨਾ, 20 ਜਗ੍ਹਾ ਉੱਥੇ ਸਾਈਨ ਕਰਾਉਣਗੇ ਹਨਾ, ਪੈਸੇ ਦੇਣ ਲਈ, ਚਾਹੇ ਥੋੜੇ ਦੇਣੇ ਹੋਣ। ਲੇਕਿਨ ਆੜਤੀ ਦਾ ਤੇ ਕਿਸਾਨ ਦਾ ਰਿਸ਼ਤਾ ਐਸਾ, ਤੁਸੀਂ ਅੱਧੀ ਰਾਤ ਨੂੰ ਫੋਨ ਕਰਦੇ ਹੋ ਹਨਾ, ਜਿੰਨੇ ਪੈਸੇ ਤੁਹਾਨੂੰ ਚਾਹੀਦੇ ਮਿਲ ਜਾਂਦੇ ਆ। ਅਗਲੇ ਨੂੰ ਵੀ ਪਤਾ ਹੁੰਦਾ ਕਿ ਮੇਰੇ ਕੋਲ ਇਹਨਾਂ ਦੀ ਫਸਲ ਆ ਜਾਣੀ ਆ ਤੇ ਮੈਂ ਕੱਟ ਲੈਣੇ ਹਨਾ। ਕੋਈ ਲਿਖਾ ਪੜ੍ਹੀ ਬਹੁਤੀ ਨਹੀਂ ਹੁੰਦੀ, ਕਿਉਂਕਿ ਤੁਸੀਂ ਪਰਸਨਲੀ ਜਾਣਦੇ ਹੋਣੇ। ਮੈਨੂੰ ਯਾਦ ਆ ਗਿਆ, ਮੈਂ ਅਜੇ ਸਟਰਗਲ 'ਚ ਸੀਗਾ ਉਦੋਂ, ਤੇ ਪਹਿਲਾਂ ਸਾਡੇ ਮਿੱਤਰਾਂ ਨੇ ਇੱਕ ਪ੍ਰੋਗਰਾਮ ਦੇ ਦਿੱਤਾ, ਬਿਲਕੁਲ ਗੁਆਂਢ 'ਚ ਸੀਗਾ। ਮੈਂ ਚੱਲ ਗਿਆ ਉੱਥੇ ਪ੍ਰੋਗਰਾਮ ਕਰਨ। ਮੇਰੇ ਤੋਂ ਬਾਅਦ ਦਿਲਸ਼ਾਦ ਅਖਤਰ ਸਾਹਿਬ ਦਾ ਪ੍ਰੋਗਰਾਮ ਸੀਗਾ ਤੇ ਸ਼ੋਅ ਕਰਕੇ ਚਲੋ ਮੈਂ ਵਾਪਸ ਉੱਥੋਂ ਚੱਲਣਾ ਸੀਗਾ, ਤੇ ਉਹਨਾਂ ਨੂੰ ਕਿਹਾ ਕਿ ਮਾਇਆ ਜਿੰਨੀ ਕੁ ਬਣਦੀ ਦੇ ਦਿਓ। 5,000 ਰੁਪਈਆ ਲੈਂਦੇ ਹੁੰਦੇ ਸੀ ਉਦੋਂ ਨਾ। ਮਿਊਜ਼ੀਸ਼ੀਅਨਾਂ ਦਾ ਹੀ ਇਹਨਾਂ ਤੇ ਬਣ ਜਾਂਦਾ ਸੀ। ਅੱਜ ਕੱਲ੍ਹ ਤਾਂ ਖੈਰ ਬਹੁਤ ਬਣਦੇ ਪੈਸੇ ਆ ਨਾ ਮਿਊਜ਼ੀਸ਼ੀਅਨਾਂ ਦੇ। ਉਹ ਇੰਨਾ ਕਿ ਸੀਗਾ ਕਿ ਚਲੋ ਉਹ ਮਤਲਬ ਟਾਲ ਮਟਾਲੇ ਕਰੀ ਗਏ। ਨਵੇਂ ਸਿੰਗਰ ਨੂੰ ਕੌਣ ਦਿੰਦਾ ਹੁੰਦਾ ਪੈਸੇ ਹੈ ਨਾ। ਚਲੋ ਉੱਥੋਂ ਆ ਗਏ। ਫਿਰ ਮੈਨੂੰ ਸੀਗਾ ਕਿ ਜਿਹੜੇ ਮਿਊਜ਼ੀਸ਼ੀਅਨ ਲੈ ਕੇ ਗਿਆ ਉਹਨਾਂ ਨੂੰ ਤਾਂ ਦੇਣੇ ਪੈਣੇ ਆ ਨਾ। ਉਹ ਮੈਂ ਫਿਰ ਆੜਤੀ ਨੂੰ ਉੱਥੋਂ ਮੈਂ ਸਿੱਧਾ ਹੀ ਆ ਗਿਆ। ਗੜਸ਼ੰਕਰ ਮੇਰੇ ਕੋਲ ਹੀ ਪਿੰਡ ਤੋਂ ਨਾ, ਅਸੀਂ ਗੜਸ਼ੰਕਰ ਜਿੰਨੀ ਕੁ ਫਸਲ ਹੁੰਦੀ ਹੈ ਉਹ ਸੁੱਟਦੇ ਹਾਂ, ਤੇ ਸੁੱਟਦੇ ਨਹੀਂ ਕਹਿ ਸਕਦਾ, ਵੇਚਦੇ ਆ, ਕਿਉਂਕਿ ਸਾਡੇ ਆਦਤ ਪਈ ਹੁੰਦੀ ਆ ਸਿੱਟਣ ਚੱਲੇ ਆ ਹਨਾ। ਆਪਣੀ ਚੀਜ਼ ਹਮੇਸ਼ਾ ਜਿਹੜਾ ਕਿਸਾਨ ਹੈ ਉਹ ਨਾ ਕਹਿੰਦਾ ਮੈਂ ਮੰਡੀ ਚੱਲਿਆ, ਫਸਲ ਸਿੱਟਿਆ ਵਾ ਹਨਾ। ਸੋ ਸਾਡੇ ਆਦਤ ਹੈ ਸਭ ਨੂੰ ਕਿ ਸੁੱਟਣ ਚੱਲੇ ਆ ਹਨਾ। ਸੋ ਮੈਂ ਆੜਤੀ ਕੋ ਗਿਆ ਹਨਾ, ਬਿੱਟੂ ਉਹਦਾ ਨਾਮ ਹੈ। ਮੈਂ ਕਿਹਾ ਬਿੱਟੂ ਭਾਜੀ ਕਿ ਯਾਰ ਪੈਸੇ ਚਾਹੀਦੇ ਆ, ਲੇਕਿਨ ਪਾਪਾ ਜੀ ਨੂੰ ਨਾ ਦੱਸਿਓ ਨਾ, ਡੈਡੀ ਨੂੰ ਨਾ ਦੱਸਿਓ ਕਿ ਪੈਸੇ ਤੋਂ ਲਏ ਆ ਤੁਸੀਂ। ਜਦੋਂ ਨਾ ਫਸਲ ਆਉਣੀ ਉਦੋਂ ਕੱਟ ਲਿਓ। 5,000 ਉਹਨਾਂ ਤੋਂ ਲਿਆ, ਸਾਰੇ ਮੁੰਡਿਆਂ ਨੂੰ ਦਿੱਤੇ। ਉਹ ਹੁਣ ਜੇ ਤੁਸੀਂ ਜੇ ਆਹ ਮੰਡੀਆਂ ਆ ਗਈਆਂ ਹਨਾ, ਇਹਨਾਂ ਦਾ ਪ੍ਰਾਈਵੇਟ ਹੋ ਗਿਆ ਸਾਰਾ ਕੁਛ ਨਾ, ਉਹ ਤੁਹਾਡਾ ਰਿਸ਼ਤਾ ਜਿਹੜਾ ਹੋਰ ਕਿੰਨੇ। ਅਸੀਂ ਜਦੋਂ ਫਸਲ ਉੱਥੇ ਲੈ ਕੇ ਜਾਂਦੇ ਸੀ, ਇੱਕ ਦੋ ਪੱਲੇਦਾਰ ਹੁੰਦੇ ਸੀਗੇ ਸਾਡੇ ਪਿੰਡ ਦੇ, ਉਹਨਾਂ ਨੂੰ ਇੱਕ ਟਰਾਲੀ ਲੈ ਕੇ ਜਾਣਾ, ਉਹਨਾਂ ਨੇ ਕਹਿਣਾ ਭਾਜੀ ਤੁਸੀਂ ਦੇਖਿਓ ਸਾਂਭਿਓ, ਤੇ ਮੈਂ ਹੋਰ ਲੈ ਕੇ ਆਉਣਾ ਨਾ, ਦੂਜੀ ਟਰਾਲੀ ਚੱਕ ਲਿਆਵਾਂ। ਜਾਂ ਉਹਨਾਂ ਨੂੰ ਕਹਿਣਾ ਸਫਾਈ ਕਰਾ ਦਿਓ, ਸ਼ਾਮ ਨੂੰ ਜਦੋਂ ਤੋਲ ਹੋਣੀ ਆ ਫਸਲ ਜਿਹੜੀ ਆ ਉਦੋਂ ਆ ਜਾਾਂਗੇ। ਸੋ ਇਹ ਜਿਹੜੇ ਰਿਸ਼ਤੇ ਹੈਗੇ ਆ ਉਹ ਸਾਰੇ ਖਤਮ ਹੋ ਜਾਣੇ ਆ, ਤੇ ਵੱਡੇ ਘਰਾਣਿਆਂ ਕੋ ਆ ਜਾਣੇ ਆ। 2 ਸਾਲ ਤੁਹਾਨੂੰ ਚੰਗੇ ਪੈਸੇ ਦੇਣਗੇ, ਕਾਰਪੋਰੇਟ ਘਰਾਣੇ ਹਨਾ ਤੁਹਾਡੇ ਕੋਲ ਲਿਖਾ ਲੈਣਗੇ ਸਾਰਾ ਕੁਝ। ਇਸੇ ਕਰਕੇ ਲੜ ਰਹੇ ਅਸੀਂ ਹਨਾ ਕਿ ਤੁਸੀਂ ਕੋਰਟ 'ਚ ਨਹੀਂ ਜਾ ਸਕਦੇ ਜਦੋਂ ਕੋਈ ਰੌਲਾ ਪਿਆ। ਪਹਿਲੇ 2 ਸਾਲ ਤੁਹਾਨੂੰ ਚੰਗੇ ਪੈਸੇ ਮਿਲ ਜਾਣਗੇ। ਅਗਲੇ ਕਹਿਣਗੇ 40-45 ਹਜ਼ਾਰ ਉਹਦਾ ਇੱਕ ਖੇਤ ਦਾ ਹੁਣ ਹਾਲਾ ਮਿਲਦਾ ਹਨਾ। ਤੁਸੀਂ ਕਿਸੇ ਨੂੰ ਵੀ ਜੇ ਦਿੰਨੇ ਆ, ਕਿਤੇ ਘੱਟ ਹੈ, ਕਿਤੇ 35,000, ਕਿਤੇ 25,000, ਕਿਤੇ ਜਿੱਥੇ ਜ਼ਿਆਦਾ ਫਸਲ ਹੁੰਦੀ ਉੱਥੇ 40,000 ਵੀ ਹੈਗਾ। ਉਹ ਕੱਢ ਕੇ ਫਿਰ ਤੁਸੀਂ ਮਿਨੀਮਮ ਜਿਹੜਾ ਹੈ ਉਹ ਤੁਹਾਨੂੰ ਪਤਾ ਹੁੰਦਾ ਕਿ ਮੇਰੀ ਫਸਲ ਜਿਹੜੀ ਆ ਲੱਖ ਦੀ ਖੇਤ 'ਚੋਂ ਹੋ ਜਾਣੀ ਹੈ। ਤੁਸੀਂ ਉਸ ਹਿਸਾਬ ਨਾਲ ਖਰਚੇ ਕਰਦੇ। MSP ਦਾ ਜਿਹੜਾ ਪੰਗਾ ਨਾ, ਤੁਹਾਨੂੰ ਪਤਾ ਹੁੰਦਾ ਇੰਨੇ ਆ ਜਾਣੇ ਆ। ਤੁਹਾਨੂੰ ਪਹਿਲੇ ਸਾਲ ਜੇ ਤੁਸੀਂ 40,000 50,000 60,000 ਤੁਸੀਂ ਖੇਤ ਦਾ ਜਿਹੜਾ ਉਹ ਕੱਢਦੇ ਆ, ਤੇ ਜੇ ਤੁਹਾਨੂੰ ਲੱਖ ਵੀ ਦੇ ਦੇਣਗੇ 2 ਸਾਲ ਤੇ ਦੇ ਦੇਣਗੇ। ਕਈ ਬੰਦੇ ਲਾਲਚ ਕਰਦੇ। ਸਾਡੇ ਦੁਆਬੇ 'ਚ ਖੈਰ ਜ਼ਮੀਨਾਂ ਘੱਟ ਹੈ ਹਨਾ, ਕਿਉਂਕਿ ਦੁਆਬਾ ਆਲਮੋਸਟ ਬਾਹਰ ਬੈਠਾ, ਜ਼ਿਆਦਾ ਘੱਟ ਜ਼ਮੀਨਾਂ ਸੀਗੀਆਂ। 2-2 3-3 ਬੱਚੇ ਸੀਗੇ ਉਹ। ਫਿਰ ਇੱਕ ਉੱਥੇ ਹੈਗਾ, ਉਹਨਾਂ ਚੋਂ ਬਾਕੀ 2 ਕੈਨੇਡਾ, ਅਮਰੀਕਾ ਜਾਂ ਇੰਗਲੈਂਡ ਸਭ ਤੋਂ ਪਹਿਲਾਂ ਗਏ ਆ ਸਾਡੇ ਦੁਆਬੇ ਵਾਲੇ, ਫਿਰ ਯੂਰਪ ਆ ਗਏ ਹਨਾ। ਸੋ ਜਿੰਨੀ ਫੈਮਿਲੀ ਸੀਗੀ ਉਹਦੇ ਚੋਂ ਜੇ 3 ਬ੍ਰਦਰ ਆ ਤੇ ਇੱਕ ਉੱਥੇ ਛੋਟੀ ਮੋਟੀ ਖੇਤੀ ਕਰੀ ਜਾਂਦਾ ਸੀ, ਬਾਕੀ ਬਾਹਰ ਆ ਗਏ ਸੀ ਹਨਾ। ਤੇ ਉਹ ਫਿਰ ਤੁਹਾਡਾ ਹੁੰਦਾ ਕਿ ਮੇਰੇ ਇੰਨੇ ਕੁ ਖਰਚੇ ਆ, ਇੰਨਾ ਕੁ ਮੈਨੂੰ MSP ਜਿਹੜੇ ਮੇਰਾ ਖੇਤ ਚੋਂ 2.5 ਕੁਇੰਟਲ ਜਿਹੜੀ ਆ ਇੱਕ ਕਨਾਲ ਦੀ ਕਣਕ ਹੋਣੀ ਆ, ਮੇਰਾ ਰਲਾ ਮਿਲਾ ਕੇ ਮੇਰੇ ਕੋਲ 50-60 ਹਜ਼ਾਰ 70,000 ਮੇਰਾ ਆਉਣਾ, ਮੈਨੂੰ 35-40 ਹਜ਼ਾਰ ਜਿਹੜਾ ਖੇਤ ਚੋਂ ਬਚ ਜਾਣਾ। ਉਸ ਹਿਸਾਬ ਨਾਲ ਬੰਦਾ ਖਰਚੇ ਕਰਦਾ। ਜੇ ਤੁਹਾਡੀ MSP ਜਿਹੜੀ ਹੈ ਉਹ ਜਾਂਦੀ ਲੱਗੀ ਹੈ ਨਾ, ਜਿਹਦੇ ਕਰਕੇ ਆਪਾਂ ਲੜਦੇ ਹਾਂ ਜੀ। ਬਿਲਕੁਲ ਅਮੈਂਡਮੈਂਟ ਵਾਲਾ ਫਿਰ ਉਹੀ ਚੱਕਰ ਆ ਗਿਆ, ਅਮੈਂਡਮੈਂਟ ਕਰ ਦਿੰਦੇ ਆ ਜੀ ਹਨਾ। ਮੈਂ ਥੋੜਾ ਜਿਹਾ ਉਧਰ ਨੂੰ ਵੀ ਅੱਜ ਜਿੰਨਾ ਕੁ ਮੈਨੂੰ ਪਤਾ ਜੀ ਬਿਲਕੁਲ ਅਮੈਂਡਮੈਂਟ ਵਾਲਾ, ਕਿਉਂਕਿ ਜੇ ਤੁਹਾਡੇ ਤੋਂ ਗਲਤੀ ਹੋਈ ਆ ਨਾ ਸਰਕਾਰ ਤੋਂ, ਅਮੈਂਡਮੈਂਟ ਤੁਸੀਂ ਕਰ ਦਿੰਦੇ। ਉਹਦੇ ਚ ਉਹੀ ਮੈਂ ਸੁਣਦਾ ਸੀਗਾ ਇੱਕ ਦਿਨ ਕਾਫੀ, ਕਿਉਂਕਿ ਬੜੇ ਸੂਝਵਾਨ ਜਿਹੜੇ ਇਸ ਫੀਲਡ ਦੇ ਬੰਦੇ ਹੈਗੇ ਆ ਜਿਹਨਾਂ ਨੂੰ ਪਤਾ, ਕਿ ਉਹ ਵੀ ਸੁਣਦੇ ਰਹਿੰਦੇ ਅਸੀਂ ਕਿ ਉਹ ਕੀ ਉਹਨਾਂ ਦੀ ਰਾਏ ਹੈਗੀ ਹੈ ਨਾ ਇਹਦੇ ਬਾਰੇ। ਅਮੈਂਡਮੈਂਟ ਜੇ ਤੁਸੀਂ ਕਰਦੇ ਹੋ, ਕਹਿੰਦੇ ਤੁਸੀਂ ਅਮੈਂਡਮੈਂਟ ਕਰਦੇ ਹੋਗੇ, ਫਿਰ ਤੁਸੀਂ ਉਹ ਕਿਉਂਕਿ ਕਲੌਜ਼ ਹੀ ਹੈ ਕਿ ਉਹਦੇ 'ਚ ਤੁਸੀਂ ਫਿਰ ਰਬੜ ਨਾਲ ਢਾਹ ਕੇ ਫਿਰ ਤੁਸੀਂ ਆਪਣਾ, ਕਿਉਂਕਿ ਉਹ ਜਿਹੜਾ ਕਾਨੂੰਨ ਹੈ ਉਹ ਤਾਂ ਫਿਰ ਰਹਿ ਗਿਆ। ਤੁਸੀਂ ਕਦੇ ਵੀ ਉਹਨੂੰ ਰਬੜ ਨਾਲ ਰਬੜ ਨਾਲ ਉਹਨੂੰ ਅਰੇਜ਼ ਕਰਕੇ ਫਿਰ ਤੁਸੀਂ ਲਿਖ ਕੇ ਫਿਰ ਤੁਸੀਂ ਥੋਪ ਦਿਓਗੇ। ਇਸ ਕਰਕੇ ਸਭ ਤੋਂ ਜ਼ਿਆਦਾ ਅੜੀ ਪਈ ਆ ਕਿ ਇਹ ਜਿਹੜੇ ਕਾਨੂੰਨ ਹੈਗੇ ਆ ਵਾਪਸ ਕਰਵਾ ਕੇ ਜਾਣੇ ਆ। ਮੈਨੂੰ ਫਿਰ ਇੱਕ ਗੱਲ ਯਾਦ ਆ ਗਈ। ਸਾਡੇ ਮੇਰਾ ਇੱਕ
ਦੋਸਤ ਤਾਂ ਨਹੀਂ ਕਹਿ ਸਕਦੇ, ਜਾਣਕਾਰ ਸੀਗਾ। ਪਹਿਲਾਂ ਤਾਂ ਉਹ ਕਣਕ ਪਿੰਡਾਂ ਚੋਂ ਇਕੱਠੀ ਕਰਕੇ ਲੈ ਕੇ ਜਾਂਦਾ ਹੁੰਦਾ ਸੀ ਰਾਜਸਥਾਨ ਵੇਚਣੀ ਜਾ ਕੇ, ਜਦ 4 ਪੈਸੇ ਬਚਦੇ ਸੀਗੇ। ਚਲੋ ਹੁਸ਼ਿਆਰਪੁਰ ਦੇ ਨੇੜੇ ਇੱਕ ਮੰਡੀ ਹੈਗੀ ਆ ਚੱਬੇਵਾਲ, ਓਕੇ, ਉੱਥੇ ਉਹਨੇ ਮਟਰ ਤੇ ਕੋਈ MSP ਨਹੀਂ ਹੁੰਦੀ ਨਾ, ਮਟਰ ਉਦੋਂ ਵਿਕਦੇ ਸੀ। ਉਹਨੇ ਉੱਥੇ ਕਰਕੇ ਕਾਰਪੋਰੇਟ ਘਰਾਣਿਆਂ ਦਾ ਹੋ ਗਿਆ ਕਿ ਤੁਹਾਡੇ ਕੋਲ ਉਹ ਚਾਹੀਦਾ, ਆਧਾਰ ਕਾਰਡ ਚਾਹੀਦਾ, ਆਧਾਰ ਕਾਰਡ ਦੇ ਉੱਤੇ ਤੁਸੀਂ ਖਰੀਦ ਸਕਦੇ ਆ, ਹਨਾ। ਤੇ ਉਹਨੇ ਉੱਥੇ ਬਾਕੀ 30 ਰੁਪਏ ਨੂੰ ਮਟਰ ਜਦੋਂ ਪਹਿਲਾਂ ਆਉਂਦੇ ਆ, ਕਈ ਵਾਰ 40 ਰੁਪਏ ਵੀ ਹੁੰਦੇ, 40 ਰੁਪਏ ਕਿਲੋ, ਹਨਾ, ਕਈ ਵਾਰ 30 ਰੁਪਏ ਹੁੰਦੇ ਆ, ਫਿਰ ਹੌਲੀ ਹੌਲੀ ਘਟਦੇ ਜਿੱਦਾਂ ਉਹ ਜ਼ਿਆਦਾ ਹੁੰਦੀ ਰਹਿੰਦੀ ਕੋਈ ਫਸਲ, ਉਹਦਾ ਮੁੱਲ ਘਟਦਾ ਰਹਿੰਦਾ। ਲੇਕਿਨ ਫਿਰ ਵੀ ਉਹ ਤੁਸੀਂ ਉਹਨੇ ਉੱਥੇ ਜਾ ਕੇ ਆਪਣਾ ਗੱਡ ਲਿਆ ਬੁੰਗਾ, ਹਨਾ, ਮੰਜਾ ਰੱਖ ਲਿਆ ਹੋਣਾ, ਤੇ ਤੋਲੇ ਦੇ ਇੱਕ ਕੰਡਾ ਰੱਖ ਲਿਆ, ਤੇ ਉਹ ਬਾਕੀ ਤਾਂ 30 ਰੁਪਏ ਨੂੰ ਖਰੀਦ ਰਿਹਾ ਸੀ, ਉਹਨੇ 33 ਰੁਪਏ ਨੂੰ ਖਰੀਦਣੇ ਸ਼ੁਰੂ ਕਰਤੇ। ਲੋਕਾਂ ਨੂੰ ਹੋਇਆ ਵੀ ਇਹ ਤਾਂ ਭਾਈ ਜ਼ਿਆਦਾ ਖਰੀਦਦਾ, ਉਹਨੇ ਪਹਿਲੇ ਦਿਨ ਵੇਚ ਕੇ ਲਿਆ ਕੇ ਪੈਸੇ ਵੀ ਦੇ ਦਿੱਤੇ ਲੋਕਾਂ ਨੂੰ। ਤੇ ਉਹ ਜਿੰਨੇ ਕਾਲ ਵਾਲੇ ਜਿੰਨੇ ਜਾਣਕਾਰ ਸੀਗੇ, ਉਹ ਹੁਣ ਪੱਕੀ ਜਿਹੜੇ ਆੜਤੀਏ ਸੀ ਉਹਨਾਂ ਕੋਲ ਗਏ ਨੇ, ਜਿਹੜੇ ਰੋਜ਼ ਖਰੀਦਦੇ ਸੀ, ਕਹਿੰਦੇ ਆ ਬੰਦਾ ਜ਼ਿਆਦਾ ਦੇ ਰਿਹਾ ਪੈਸੇ, ਹਨਾ ਜੀ। ਉਹਦੇ ਕੋਲ ਜਾ ਕੇ ਉਹਨੇ ਫਿਰ ਜਿੰਨੇ ਆਖਰੀ ਹਫਤੇ ਜਿੰਨੇ ਕੋਨੇ, ਜਿਹੜੇ ਉਸ ਤੋਂ ਬਾਅਦ ਪਹਿਲੇ ਦਿਨ ਤੇ ਪੈਸੇ ਦੇ ਦਿੱਤੇ, ਜਿੰਨੇ ਮਗਰੋਂ ਉਹਨੇ ਜਿੰਨੇ ਖਰੀਦੇ, ਤੇ ਉਹ ਫਿਰ ਲਾਰੇ ਲਾਉਂਦਾ ਰਿਹਾ। ਮੈਨੂੰ ਤੇ ਪਤਾ ਲੱਗਾ ਕਿ 1.5-2 ਕਰੋੜ ਰੁਪਈਆ ਉਹਨੇ ਦੱਬਿਆ ਲੋਕਾਂ ਦਾ। ਮੁੜ ਕੇ ਤੁਸੀਂ 1.5-2 ਕਰੋੜ ਖਾਤਰ ਛੇਤਰ ਪਤਾਨ ਵੀ ਹੋਏ ਹੋਣਗੇ, ਲੋਕ ਕੁੱਟਿਆ ਵੀ ਉਹਨੂੰ, ਲੇਕਿਨ ਜਿਹਨੇ 1.5-2 ਕਰੋੜ ਰੁਪਈਆ ਅੰਦਰ ਕਰ ਲਿਆ, ਉਹ ਤਾਂ ਫੇਰ ਪਿੰਡ ਦਾ, ਉਹ ਤੇ ਫੇਰ ਪਿੰਡ ਦਾ ਲੋਕਾਂ ਨੂੰ ਪਤਾ ਕਿ ਫਲਾਣੇ ਪਿੰਡ ਦਾ ਸੀ, ਉਹਨੂੰ ਜਾ ਕੇ ਘੇਰ ਲੈਣਾ। ਤੇ ਜਿਹੜਾ ਜਿਸ ਬੰਦੇ ਦਾ ਪਤਾ ਹੀ ਨਹੀਂ, ਉਹਨੇ ਆ ਕੇ ਆਪਣੀ, ਹਨਾ, ਜਿਹੜਾ ਕਾਰਪੋਰੇਟ ਘਰਾਣਿਆਂ ਨੇ ਜਿਹੜਾ ਅੱਗੇ ਬੰਦਾ ਕਰ ਦੇਣਾ, ਉਹ ਖਰੀਦ ਕੇ ਲੈ ਗਿਆ, ਉਹ ਤਾਂ ਤੁਹਾਨੂੰ ਲੱਭਣਾ ਹੀ ਨਹੀਂ ਕਿੱਥੇ, ਹਨਾ। ਉਹਦੇ ਤੇ ਤੁਸੀਂ ਕੇਸ ਵੀ ਕੀ ਕਰ ਲੋਗੇ। ਸੋ ਲੜਾਈ ਇਸ ਗੱਲ ਦੀ ਹੈ ਕਿ ਆੜਤੀ ਦਾ ਤਾਂ ਪਤਾ ਤੁਹਾਡਾ ਪੱਕਾ ਟਿਕਾਣਾ, ਤੁਹਾਡਾ 50 ਸਾਲ ਤੋਂ ਫਸਲ ਖਰੀਦ ਲਿਆ, ਤੁਹਾਡੇ 25 ਸਾਲ ਤੋਂ ਖਰੀਦ ਲਿਆ, ਉਹ ਤਾਂ ਤੁਹਾਡੇ ਨਾਲ ਪਰਿਵਾਰਕ ਮੈਂਬਰ ਹੈ, ਤੁਸੀਂ ਉਹਨੂੰ ਤਾਂ ਪਹੁੰਚ ਕਰ ਸਕਦੇ ਆ ਜਦੋਂ ਮਰਜ਼ੀ। ਉਹਦੇ ਕੋਲ ਪੈਸੇ ਚਾਹੇ ਪਏ ਵੀ ਆ, ਤੁਹਾਡਾ ਆਧਾਰ ਤੁਸੀਂ ਉਹਦੇ ਕੋਲ ਛੱਡਿਆ ਤੇ ਲੈਣਾ, ਉਹ ਤੇ ਜਦੋਂ ਮਰਜ਼ੀ ਘੇਰ ਲਓਗੇ, ਜਿਹਦਾ ਪਤਾ ਹੀ ਕੋਈ ਨਹੀਂ ਹੈਗਾ, ਜਿਹੜਾ ਤੁਹਾਡੇ ਕੋਲ ਖਰੀਦ ਕੇ ਪਤਾ ਹੀ ਨਹੀਂ। ਹੁਣ ਜੇ ਸਮਝ ਲਓ ਕਹਿੰਦੇ SDM ਸਾਹਿਬ ਕੋਲ ਤੁਸੀਂ ਜਾ ਕੇ ਕਰ ਸਕਦੇ ਆ ਕੇਸ, SDM ਵੀ ਤੇ ਕਾਰਪੋਰੇਟ ਘਰਾਣੇ ਆ, ਕਿਉਂਕਿ ਜਿੰਨੇ ਵੀ ਆਫੀਸਰ ਹੈਗੇ ਆਖਰ ਤੇ ਮੰਨ ਹੀ ਲੈਂਦੇ ਆ ਨਾ। ਚਲੋ ਮੈਂ ਇਦਾਂ ਨਹੀਂ ਕਹਿੰਦਾ ਕਿ ਪੈਸੇ ਲੈ ਕੇ ਮੰਨ ਲੈਂਦੇ, ਲੇਕਿਨ ਅਸਰ ਰਸੂਖ ਵੀ ਹੁੰਦਾ ਵੱਡੇ ਬੰਦਿਆਂ ਦਾ, ਹਨਾ। ਤੇ ਜਿਹੜੇ ਵਿਚਾਲੇ ਵਾਲੇ ਹੋਣਗੇ ਉਹ ਤੇ ਦੌੜ ਜਾਣਗੇ, ਤੁਸੀਂ ਕਿੱਥੇ ਜਾ ਕੇ ਬੰਬੇ ਜਾ ਕੇ ਘੇਰੋਗੇ ਤੁਸੀਂ ਕਿਸੇ ਨੂੰ, ਹਨਾ। ਸੋ ਇਸੇ ਗੱਲ ਦੀ ਲੜਾਈ ਹੈਗੀ ਆ ਮੈਨੂੰ ਲੱਗਦਾ। ਤੇ ਵਾਕਈ ਇਹ ਸਾਰੇ ਤਰਕ ਦਿੱਤੇ ਜਾ ਰਹੇ ਨੇ ਕਿਸਾਨਾਂ ਦੇ ਵੱਲੋਂ, ਇਸੇ ਲਈ ਕਿਸਾਨ ਸਰਕਾਰ ਦੀਆਂ ਗੱਲਾਂ ਦੇ ਵਿੱਚ ਜਿਹੜਾ ਉਹ ਨਹੀਂ ਆ ਰਹੇ। ਬੇਸ਼ੱਕ ਮਨੋਹਰ ਲਾਲ ਖੱਟੜ ਕਹਿੰਦੇ ਨੇ ਕਿ ਜੇ MSP ਤੁਹਾਡੀ ਜੇ ਬੰਦ ਹੋ ਗਈ ਤਾਂ ਮੈਂ ਅਸਤੀਫਾ ਦੇ ਦੂੰ, ਮੈਂ ਰਿਜ਼ਾਈਨ ਦੇ ਦੂੰ। ਹੁਣ ਇਹ ਦਾਅਵਿਆਂ ਦਾ ਕੋਈ ਫਾਇਦਾ ਨਹੀਂ ਹੈ, ਇਹੋ ਜਿਹੇ ਦਾਅਵੇ ਤਾਂ ਸਰਕਾਰਾਂ ਪਹਿਲਾਂ ਹੀ ਬਹੁਤ, ਔਰ ਕਿਸਾਨਾਂ ਨੂੰ ਵੀ ਪਤਾ ਹੈ, ਸਾਰਾ ਆਵਾਮ ਜਾਣਦਾ ਹੈ ਕਿ ਇਹ ਦਾਅਵੇ ਤਾਂ ਬਹੁਤ, ਦੇਖੋ ਇਹ ਤਾਂ ਸਰਕਾਰ ਹੀ ਝੂਠਿਆਂ ਦੀ ਹੈ। ਪਹਿਲਾਂ ਤੇ 15 ਲੱਖ ਰੁਪਈਆ ਉਡੀਕਦੇ ਰਹੇ, ਫਿਰ ਕਹਿੰਦੇ ਜੀ ਇਹ ਤੇ ਜੁਮਲਾ ਸੀਗਾ, ਹਨਾ। ਉਸ ਤੋਂ ਬਾਅਦ 18 ਦਿਨ, ਪਤਾ ਨਹੀਂ ਕਹਿੰਦੇ ਸੀ 21 ਦਿਨ ਚ ਅਸੀਂ ਮਹਾਭਾਰਤ ਦੀ ਜੰਗ ਜਿੱਤ ਲਈ ਸੀਗੀ, ਹਨਾ। ਇਹ ਦੇਖੋ ਬਿਮਾਰੀ ਇੱਕ ਹੈ ਤੇ ਜੰਗ ਹੀ ਹੈ, ਇਹ ਤਾਂ ਤੁਸੀਂ ਇਮਿਊਨਿਟੀ ਆਪਣਾ ਸਿਸਟਮ ਠੀਕ ਕਰੋ ਤੁਸੀਂ ਵਿਲ ਪਾਵਰ ਦੇ ਨਾਲ। ਫਿਰ ਤੁਸੀਂ ਥਾਲੀਆਂ ਵਜਾਉਣ ਲਾਤੇ, ਮੇਰੇ ਗੁਆਂਢੀ ਸੀ ਕੋਈ ਚੜ ਗਏ ਉੱਥੇ ਕੋਠੇ ਤੇ, ਥਾਲੀਆਂ ਵਜਾਉਣ ਲੱਗ ਪਏ, ਦੇ ਮੋਮਬੱਤੀਆਂ, ਪਤਾ ਨਹੀਂ, ਮੈਂ ਕਿਹਾ ਤੁਸੀਂ ਹੁਣ ਖਰੇ ਅੱਧੀ ਰਾਤ ਨੂੰ ਡਰਾਉਣ ਲੱਗੇ ਕਰੋਨਾ ਨੂੰ, ਹਨਾ। ਅੰਧ ਵਿਸ਼ਵਾਸ ਇੰਨਾ ਸਾਡੇ ਪਤਾ ਨਹੀਂ ਭਰਿਆ ਹੋਇਆ। ਥਾਲੀ ਨਾਲ ਵੀ ਕਦੇ ਕਰੋਨਾ ਭੱਜਦਾ ਹੁੰਦਾ, ਕਦੇ ਮੋਮਬੱਤੀਆਂ ਨਾਲ ਵੀ। ਚਲੋ ਤੁਸੀਂ ਉਹਨਾਂ ਨੂੰ ਸ਼ਾਬਾਸ਼ ਦੇ ਰਹੇ ਹੋ, ਜਿਹੜੇ ਮੋਰੇ ਫਰੰਟ ਲਾਈਨ ਵਾਰੀਅਰ ਹੈਗੇ ਆ, ਉਹਨਾਂ ਨੂੰ ਤੁਸੀਂ ਚਲੋ ਸ਼ਾਬਾਸ਼ ਦੇ ਰਹੇ ਹੋ, ਤੁਸੀਂ ਲੜੋ। ਲੇਕਿਨ ਲੋਕਾਂ ਨੂੰ ਮਗਰ ਲਾ ਲੈਣਾ, ਹਨਾ। ਪਹਿਲਾਂ 15 ਲੱਖ ਦੇ ਮਗਰ ਲਾ ਲਿਆ, 15 ਲੋਕ ਵੀ ਉਹੀ ਪਲਟਵਾਰ ਕਰਨ ਲੱਗੇ ਨੇ। ਉਹ ਕਹਿੰਦੇ ਜੀ ਮੋਦੀ ਸਾਹਿਬ ਜਦੋਂ ਮਨ ਕੀ ਬਾਤ ਕਰਨ ਤਾਂ ਥਾਲੀਆਂ ਖੜਕਾਓ, ਮੋਦੀ ਸਾਹਿਬ ਦਾ ਹੀ ਦਿੱਤਾ ਗਿਆ ਉਹਨਾਂ ਨੂੰ ਇਹ ਫੰਡ ਹੈ, ਇਹ ਆਈਡੀਆ ਤਾਂ ਮੋਦੀ ਸਾਹਿਬ ਦੇ ਵੱਲੋਂ ਦਿੱਤਾ ਗਿਆ, ਹੁਣ ਉਹਨਾਂ ਦੇ ਉੱਤੇ ਪੁੱਠਾ ਪੈਣ ਲੱਗਿਆ। ਮੈਨੂੰ ਲੱਗਦਾ ਕਿ ਇੱਕ ਇਹਦੇ ਨਾਲ ਨਾ ਹੋਰ ਵੀ ਰੱਖ ਦੇਣਾ ਚਾਹੀਦਾ। ਅਮੈਂਡਮੈਂਟ ਤਾਂ ਨਹੀਂ ਕਰਾਉਣੀ ਅਸੀਂ, ਬਿੱਲ ਹੀ ਜਿਹੜੇ ਮੜਵਾਉਣੇ ਆ। ਇੱਕ ਵਾਰੀ ਜੇ ਕਿਤੇ ਨਾ ਇੰਡੀਆ 'ਚ EVM ਦਾ ਪੰਗਾ ਹਟ ਕੇ ਕਿਤੇ ਬੈਲਟ ਪੇਪਰ ਦੇ ਨਾਲ ਕਿਤੇ ਸ਼ੁਰੂ ਹੋ ਜਾਵੇ ਨਾ ਇਲੈਕਸ਼ਨ, ਅਸਲ 'ਚ ਫੇਰ ਪਤਾ ਲੱਗੇ ਕਿ ਕਿਹੜਾ ਬੰਦਾ ਕਿਹਨੂੰ ਚਾਹੁੰਦਾ, ਫਿਰ ਤੁਸੀਂ ਇੱਕ ਥੱਪੜ ਕੇ ਕਹਿ ਸਕਦੇ। ਕਰਕੇ ਹਾਲੇ ਤੱਕ ਤਾਂ ਉਹੀ ਹੁੰਦਾ ਕਿ ਜੀ EVM ਨਾਲ ਜਿੱਤ ਗਏ। ਸਾਨੂੰ ਤਾਂ ਇਦਾਂ ਹੀ ਲੱਗਦਾ ਕਿ EVM ਦਾ ਹੀ ਪੰਗਾ ਹੈ ਨਾ। ਬੈਲਟ ਪੇਪਰ ਨਾਲ ਜੇ ਕਿਤੇ ਹੋਣ ਲੱਗ ਜਾਣ ਉੱਥੇ ਜਿਹੜੀਆਂ ਚੋਣਾਂ, ਫਿਰ ਅਸਲ 'ਚ ਪਤਾ ਲੱਗਦਾ ਲੋਕਤੰਤਰ ਕੀ ਹੈ। ਕਿਉਂਕਿ ਅਸੀਂ ਅੱਜ ਕੱਲ ਇੰਟਰਨੈਟ ਦੇ ਨਾਲ ਹਰ ਬੰਦਾ ਜੁੜਿਆ ਹੈ ਨਾ, ਤੁਹਾਨੂੰ ਸੋਸ਼ਲ ਮੀਡੀਆ ਤੇ ਪਤਾ ਲੱਗਦਾ। ਹੋ ਸਕਦਾ ਅਸੀਂ ਉਹਨਾਂ ਬੰਦਿਆਂ ਨੂੰ ਦੇਖਦੇ ਹੋਈਏ ਜਾਂ ਉਹ ਖਬਰਾਂ ਸੁਣਦੇ ਹੋਈਏ ਜਿਹੜੀਆਂ ਇਹਨਾਂ ਦੇ ਖਿਲਾਫ ਹੁੰਦੀਆਂ, ਹਨਾ, ਗੋਦੀ ਮੀਡੀਆ ਤੇ ਹੋ ਸਕਦਾ ਉਹਨਾਂ ਦੇ ਜਿਹੜੇ ਫੋਲੋਅਰ ਹੈਗੇ ਆ ਉਹ ਦੂਜੇ ਤਰੀਕੇ ਨਾਲ ਸੋਚਦੇ ਹੋਣ। ਲੇਕਿਨ ਇਹ ਵੀ ਇੱਕ ਮੈਨੂੰ ਲੱਗਦਾ ਕਿ
ਉੱਥੇ ਸ਼ੁਰੂ ਹੋ ਜਾਣਾ ਚਾਹੀਦਾ। ਈਵੀਐਮ ਵਾਲਾ ਪੰਗਾ ਵੀ ਜਿਹੜਾ ਉਹ ਵੀ ਬੰਦ ਹੀ ਹੋਣਾ ਚਲੋ ਹੋ ਚਾਹੀਦਾ ਸਕਦਾ ਤੁਹਾਡਾ ਮੈਸੇਜ ਜਿਹੜਾ ਜਲਦੀ ਪਹੁੰਚ ਜਾਏ ਤੇ ਅਗਲੀ ਇੰਟਰਵਿਊ ਜਿਹੜੀ ਆਪਾਂ ਇਸੇ ਟੌਪਿਕ ਤੇ ਕਰਦੇ ਹੋਈਏ। ਨਛੱਤਰ ਜੀ, ਤੁਹਾਡੇ ਜਿਹੜੇ ਫੈਨਸ ਨੇ ਉਹ ਵੱਖ-ਵੱਖ ਮੁਲਕਾਂ ਦੇ ਵਿੱਚ ਨੇ ਜੀ, ਜ਼ਾਹਿਰ ਜਿਹੀ ਗੱਲ ਹੈ ਤੁਹਾਡੀ ਇਸ ਮੁੱਦੇ ਦੇ ਉੱਤੇ ਉਹਨਾਂ ਨਾਲ ਤੁਹਾਡੀ ਗੱਲਬਾਤ ਹੁੰਦੀ ਰਹਿੰਦੀ ਹੋਣੀ ਹੈ। ਜੀ ਬਿਲਕੁਲ ਹੁੰਦੀ ਰਹਿੰਦੀ। ਉਹ ਕੀ ਗੱਲਾਂ ਕਰਦੇ ਨੇ ਤੁਹਾਡੇ ਨਾਲ? ਕੀ ਉਹ ਇਸ ਅੰਦੋਲਨ ਨੂੰ ਕਿਸਾਨਾਂ ਦੇ ਪੱਖ ਦੇ ਵਿੱਚ ਦੇਖਦੇ ਨੇ ਜਾਂ ਕੇਂਦਰ ਦੇ ਪੱਖ ਦੇ ਵਿੱਚ? ਨਹੀਂ, ਕਿਸਾਨਾਂ ਦੇ ਪੱਖ 'ਚ ਹੀ ਦੇਖਦਾ, ਕਿਉਂਕਿ ਜਿੰਨੇ ਮੈਂ ਤੁਹਾਨੂੰ ਦੱਸਿਆ ਕਿ ਜਿੰਨੇ ਸਾਡੇ ਫੀਲਡ ਦੇ ਮੇਰੇ ਜਾਣਕਾਰ ਹੈਗੇ ਆ ਉਹ ਸਾਰੇ ਖੇਤੀਬਾੜੀ ਨਾਲ ਰਿਲੇਟਡ ਹੈਗੇ। ਉਹਨਾਂ ਦੀ ਸਾਰੀ ਫੈਮਿਲੀ ਉੱਥੇ ਖੇਤੀ ਕਰਦੀ। ਉਹਨਾਂ 'ਚੋਂ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਦੋ ਭਰਾ ਬਾਹਰ ਆਏ ਆ, ਇੱਕ ਭਰਾ ਉੱਥੇ ਆ ਖੇਤੀਬਾੜੀ ਕਰਦਾ। ਉਹ ਸਾਰੇ ਖੇਤੀਬਾੜੀ ਦੇ ਨਾਲ ਹੀ ਰਿਲੇਟਡ ਹੈਗੇ ਆ। ਮੈਂ ਤੁਹਾਨੂੰ ਦੱਸਾਂ ਜਿੰਨੇ ਬੱਚੇ ਇੱਥੇ ਆ ਰਹੇ ਆ ਪੜ੍ਹਨ, ਕੈਨੇਡਾ, ਆਸਟ੍ਰੇਲੀਆ ਮੈਂ ਜਾਂਦਾ ਰਹਿੰਦਾ, ਨਿਊਜ਼ੀਲੈਂਡ, ਉਹ ਸਾਰੇ ਜ਼ਿਆਦਾਤਰ ਜਿਹੜੇ ਹੈਗੇ ਆ ਉਹ ਖੇਤੀਬਾੜੀ ਜਿਹੜੇ ਕਰਦੇ ਉਹਨਾਂ ਦੇ ਬੱਚੇ ਹੀ ਆ ਰਹੇ ਬਾਹਰ। ਸੋਈ ਤੁਸੀਂ ਲੋਨ ਚੱਕ ਲੈਂਦੇ ਆ ਆਪਣੇ ਖੇਤਾਂ ਤੇ, ਮੈਨੂੰ ਲੱਗਦਾ ਉਹ ਵੀ ਬੰਦ ਕਰ ਦੇਣਾ ਇਹਨਾਂ ਨੇ ਜਦੋਂ ਆ ਹੋ ਗਿਆ ਚੱਕਰ, ਹੈ ਨਾ। ਕਿਉਂਕਿ ਬਿਨਾਂ ਗੱਲ ਤੋਂ ਅਸੀਂ ਕਿਤੇ ਵੀ ਤੁਹਾਨੂੰ ਲੋੜ ਪੈਂਦੀ ਹੈ ਨਾ, ਤੁਸੀਂ ਆਪਣੇ ਖੇਤ ਗਿਰਵੀ ਇੱਕ ਤਰ੍ਹਾਂ ਦੇ ਕਹਿੰਦੇ ਨੇ, ਉਹਦੇ ਤੇ ਤੁਸੀਂ ਪੈਸੇ ਚੱਕ ਕੇ ਆਪਣੇ ਲਾ ਲੈਂਦੇ। ਉਹਦਾ ਰੇਟ ਆਫ ਇੰਟਰਸਟ ਬੜਾ ਘੱਟ ਹੁੰਦਾ ਹੈ ਨਾ। ਸੋ ਸਾਰੇ ਲੋਕ ਇਹੀ ਚਾਹੁੰਦੇ ਆ ਕਿ ਇਹ ਜਿਹੜੇ ਬਿੱਲ ਹੈਗੇ ਆ ਉਹ ਵਾਪਸ ਹੋ ਜਾਣ। ਨਛੱਤਰ ਜੀ, ਪੰਜਾਬ ਦਾ ਜਿਹੜਾ ਇਤਿਹਾਸ ਹੈ ਜੇ ਉਹਦੀ ਗੱਲ ਕਰੀਏ ਤਾਂ ਸੱਤਾ ਦੇ ਖਿਲਾਫ ਜੰਗਾਂ ਜਾਂ ਫਿਰ ਸੰਘਰਸ਼ਾਂ ਦਾ ਰਿਹਾ ਹੈ। ਹੁਣ ਅੰਦੋਲਨ ਵੇਖ ਕੇ ਲੱਗ ਰਿਹਾ ਹੈ ਕਿ ਅੰਦੋਲਨ ਨੇ ਖੁਦ ਨੂੰ ਰਿਫਾਈਨ ਜਿਹੜਾ ਉਹ ਮੁੜ ਪਰਿਭਾਸ਼ਿਤ ਕੀਤਾ। ਬਿਲਕੁਲ ਬਿਲਕੁਲ, ਤੁਸੀਂ ਦੇਖ ਲਓ, ਮੈਨੂੰ ਲੱਗਦਾ ਕਿ ਸਾਰਾ ਹੀ ਪੰਜਾਬ ਜਿਹੜਾ ਤਕਰੀਬਨ ਉੱਥੇ ਹੀ ਬੈਠਾ। ਕੁਛ ਆ ਰਹੇ ਨੇ, ਕੁਛ ਜਾ ਰਹੇ ਨੇ, ਹਨਾ। ਉਹ 4 ਦਿਨ ਲਾ ਜਾਂਦੇ ਆ, ਫਿਰ ਵਾਪਸ ਚਲ ਜਾਂਦੇ। ਕਈ ਤਾਂ ਉੱਥੇ ਪੱਕੇ ਹੀ ਡੇਰੇ ਲਾ ਕੇ ਬੈਠੇ ਆ। ਤੁਸੀਂ ਬਜ਼ੁਰਗ ਔਰਤਾਂ, ਬੱਚੇ, ਪੜ੍ਹੀ ਵੀ ਉੱਥੇ ਜਾਂਦੇ ਆ। ਔਰ ਅੱਜ ਕੱਲ੍ਹ ਤਾਂ ਸ਼ਹੀਦੀ ਜਿਹੜੇ ਦਿਨ ਚੱਲ ਰਹੇ ਨੇ, ਛੋਟੇ ਸਾਹਿਬਜ਼ਾਦਿਆਂ ਦੇ, ਵੱਡੇ ਸਾਹਿਬਜ਼ਾਦਿਆਂ ਦੇ, ਹਨਾ, ਸਾਰਾ ਪਰਿਵਾਰ ਇਸੇ ਹਫ਼ਤੇ 21 ਦਸੰਬਰ ਤੋਂ ਲੈ ਕੇ 28 ਦਸੰਬਰ ਤੱਕ ਸ਼ਹੀਦੀਆਂ ਦਾ ਜਿਹੜਾ ਹੈ ਦਿਨ ਚੱਲ ਰਹੇ ਨੇ, ਹਨਾ। ਸੋ ਇੰਨੀ ਠੰਡ ਦੇ ਵਿੱਚ ਉੱਥੇ ਜਾ ਕੇ ਸਰਕਾਰ ਦੇ ਖਿਲਾਫ ਖੜਨਾ। ਔਰ ਰੋਜ਼ ਹੀ ਤੁਸੀਂ ਦੇਖ ਲਓ, ਸਭ ਨੂੰ ਪਤਾ ਹੈ ਜਿੰਨੀਆਂ ਰੈਲੀਆਂ ਹੁੰਦੀਆਂ। ਔਰ ਤੁਸੀਂ, ਮੈਂ ਤੇ ਇੰਟਰਨੈਟ ਤੇ ਅਸੀਂ ਤਾਂ ਖੈਰ ਦੇਖਦੇ ਹਾਂ ਰੋਜ਼ ਹੀ, ਜਿੰਨੇ ਵੀ ਬੁਲਾਰੇ ਬੋਲਦੇ ਆ। ਲੇਕਿਨ ਉਧਰੋਂ ਇੱਕੋ ਹੀ ਆਵਾਜ਼ ਆਉਂਦੀ ਹੈ ਕਿ ਜੀ ਇਹ ਕੈਂਸਲ ਨਹੀਂ ਹੋਣੇ, ਹਨਾ। ਤੁਸੀਂ ਜਿੰਨੇ ਮੁਜ਼ਾਹਰੇ ਕਰਦੇ ਆ, ਅਸੀਂ ਕੈਂਸਲ ਕਰਾਉਣ ਨੂੰ ਡਟੇ ਹੋਏ ਆ। ਸਾਰਾ ਪੰਜਾਬ, ਸਾਰਾ ਹੁਣ ਤੇ ਹਰਿਆਣਾ, ਯੂਪੀ, MP, ਹਨਾ, ਉਹ ਸਾਰੇ ਡਟੇ ਹੋਏ। ਅਲੱਗ-ਅਲੱਗ ਜਿੰਨੇ ਵੀ ਬਾਰਡਰ ਹੈਗੇ ਉਹਨਾਂ ਸਭ ਤੋਂ ਅੰਦੋਲਨ ਚੱਲ ਰਿਹਾ। ਤੇ ਮੇਰੇ ਖਿਆਲ 'ਚ ਹੁਣ ਹੋਰ ਤੇਜ਼ ਕਰਨਗੇ ਕਰਕੇ ਥੋੜ੍ਹਾ ਜਿਹਾ ਇਹਨਾਂ ਨੇ ਢਿੱਲ ਵੀ ਦੇ ਦਿੱਤੀ ਸੀ ਕਿ ਚਲੋ ਰਸਤੇ ਖੋਲ ਦਿੱਤੇ ਸੀਗੇ ਤਕਰੀਬਨ ਜਿੰਨੀਆਂ ਜ਼ਰੂਰੀ ਵਸਤਾਂ ਜਿਹੜੀਆਂ ਉਹ, ਕਿਉਂਕਿ ਲੋਕ ਤੰਗ ਨਾ ਹੋਣ ਦਿੱਲੀ ਦੇ, ਹਨਾ, ਉਹਨਾਂ ਕਰਕੇ ਖੋਲ ਦਿੱਤੀਆਂ ਸੀ। ਮੈਨੂੰ ਲੱਗਦਾ ਹੁਣ ਜਿੱਦਾਂ 11 ਰੋਜ਼ ਹੀ ਕਿਸਾਨ ਹੁਣ ਬੈਠਦੇ ਆ ਭੁੱਖ ਹੜਤਾਲ ਤੇ, ਹਨਾ। ਸੋ ਸਾਰੇ ਜਿੰਨੇ ਹੈਗੇ ਬਾਕੀ ਪ੍ਰਾਂਤਾਂ ਦੇ ਕਿਸਾਨ ਉਹ ਵੀ ਨਾਲ ਜੁਟੇ ਆ ਤੇ ਸੰਘਰਸ਼ ਹੋਰ ਤੇਜ਼ ਹੋ ਜਾਣਾ ਜੇ ਨਾ ਮੰਨੀ। ਹੁਣ ਮੈਨੂੰ ਲੱਗਦਾ 25 ਤਰੀਕ ਇਹਨਾਂ ਨੇ ਦਿੱਤੀ ਹੋਈ ਹੈ ਕਿ ਫਿਰ ਦੁਬਾਰਾ ਇੱਕ ਤਾਂ ਪ੍ਰਧਾਨ ਮੰਤਰੀ ਸਾਹਿਬ ਨੂੰ ਚਾਹੀਦਾ ਕਿ ਤੁਸੀਂ ਜਿਹੜੇ ਨੇੜੇ ਬੈਠੇ ਨਾ, ਤੁਹਾਡੇ 20-25 ਕਿਲੋਮੀਟਰ ਦੇ ਦਾਇਰੇ 'ਚ ਜਿਹੜੇ ਕਿਸਾਨ ਉੱਥੇ ਬੈਠੇ ਆ, ਉਹਨਾਂ ਨੂੰ ਜਾ ਕੇ, ਹਨਾ, ਪਹਿਲੀਆਂ ਜਿਹੜੀਆਂ ਜਿੰਨੀਆਂ ਮੀਟਿੰਗਾਂ ਸੀਗੀਆਂ, 3 ਤਰੀਕ ਨੂੰ ਮੀਟਿੰਗ ਸੀ, 5 ਤਰੀਕ ਨੂੰ ਮੀਟਿੰਗ ਸੀਗੀ, ਹਨਾ। ਉਸ ਤੋਂ ਬਾਅਦ ਫਿਰ ਕਿਸਾਨਾਂ ਨੇ ਕਿਹਾ ਕਿ ਅਸੀਂ ਕੋਈ ਗੱਲ ਹੀ ਨਹੀਂ ਕਰਨੀ, ਹਨਾ, ਇਹਨਾਂ ਨਾਲ, ਕਿਉਂਕਿ ਤੁਸੀਂ ਸਮਝਾਉਣ ਤੁਰ ਪੈਂਦੇ ਉੱਥੇ। ਸਮਝਾਓ ਨਾ ਸਾਨੂੰ ਕਿ ਸਾਨੂੰ ਜਿਹੜੀ ਚੀਜ਼ ਨਹੀਂ ਚਾਹੀਦੀ ਅਸੀਂ ਉਹ ਤੋਂ ਮੁਨਕਰ ਆ, ਸਾਨੂੰ ਨਹੀਂ ਚਾਹੀਦੀ, ਅਸੀਂ ਇਹ ਬਿੱਲ ਜਿਹੜੇ ਹੈਗੇ ਆ ਉਹ ਰੱਦ ਕਰਾਉਣੇ ਆ। ਸੋ ਤੁਸੀਂ ਪਤਾ ਨਹੀਂ ਹੁਣ ਅੜੀਅਲ ਰਵੱਈਆ ਹੈਗਾ ਸਰਕਾਰ ਦਾ, ਤੇ ਮੈਨੂੰ ਲੱਗਦਾ ਨਹੀਂ ਕਿ ਐਡੀ ਜਲਦੀ ਸੁਲਝੇਗਾ। ਔਰ ਡਟੇ ਹੋਏ ਨਛੱਤਰ ਜੀ, ਇਸ ਅੰਦੋਲਨ ਦੇ ਵਿੱਚ ਸਿਆਸਤਦਾਨਾਂ ਨੂੰ ਬਹੁਤ ਪਰੇ ਰੱਖਿਆ ਗਿਆ, ਕਿਸਾਨਾਂ ਨੇ ਵੜਨ ਹੀ ਨਹੀਂ ਦਿੱਤਾ। ਤੁਸੀਂ ਕਿਸਾਨਾਂ ਦੀ ਇਸ ਸਟ੍ਰੈਟਜੀ ਨੂੰ ਕਿਵੇਂ ਵੇਖਦੇ ਹੋ ਕਿ ਸਿਆਸਤਦਾਨ ਬੜੇ ਦੁਖੀ ਸੀਗੇ। ਰੋਜ਼ ਹੀ ਨਿਊਜ਼ ਦੇ ਵਿੱਚ ਨਾ, ਕੱਲ ਪਰਸੋਂ ਤੇ ਇੱਕ ਦੂਜੇ ਦੇ ਜੁੱਤੀ ਮਾਰਨ ਲੱਗ ਗਏ ਸੀ ਸਿਆਸਤਦਾਨ। ਨਾਮ ਤੇ ਕੀ ਲੈਣਾ, ਹਨਾ, ਸਭ ਨੇ ਦੇਖਿਆ ਹੀ ਹੈ, ਹਨਾ। ਤਕਲੀਫ ਇਹੀ ਹੈ ਉਹਨਾਂ ਨੂੰ ਕਿ ਸਾਨੂੰ ਵੜਨ ਨਹੀਂ ਦਿੱਤਾ ਜੀ ਕਿਸੇ ਵੀ ਅੰਦੋਲਨ 'ਚ। ਸਟੇਜ ਤੇ ਤਾਂ ਕੀ, ਉਹਨਾਂ ਨੇ ਆਪਣੇ ਜਿੱਥੇ ਉਹਨਾਂ ਦਾ ਪਹਿਰਾ ਹੈਗਾ ਕਿਸਾਨਾਂ ਦਾ, ਉੱਥੇ ਵੜਨ ਤੱਕ ਨਹੀਂ ਦਿੱਤੇ ਉਹਨਾਂ ਨੂੰ। ਇੱਕ ਪਾਸੇ ਜਾ ਕੇ ਆਪਣਾ ਧਰਨਾ ਲਾਉਣਾ ਪਿਆ ਸਿਆਸਤਦਾਨਾਂ ਨੂੰ। ਸੋ ਉਹਨਾਂ ਨੇ ਆਪਣੀ ਦੇਖੋ ਰੋਟੀ ਤੇ ਸੇਕਣੀ ਹੈ ਸਭ ਨੇ,
ਹਰ ਬੰਦਾ ਕਹਿੰਦਾ ਕਿ ਮੈਂ ਕਾਫੀ ਬਿਆਨ ਆ ਰਹੇ ਆ ਜੀ, ਕਾਫੀ ਐਸੇ ਬਿਆਨ ਆ ਰਹੇ ਆ, ਇੱਕ ਬੀਬੀ ਜੀ ਦਾ ਬਿਆਨ ਆ ਰਿਹਾ ਕਿ ਅਸੀਂ ਤੋੜ ਰਹੇ ਆ ਜੀ ਇੱਥੋਂ ਸਾਰਾ ਲੰਗਰ ਪਾਣੀ ਦੀ ਸੇਵਾ ਵੀ ਉੱਥੇ ਕਰ ਰਹੇ ਆ, ਇੱਥੋਂ ਪਿੰਡਾਂ ਚੋਂ ਟਰਾਲੀਆਂ ਭੇਜ ਰਹੇ ਆ। ਉਹ ਸਭ ਨੂੰ ਪਤਾ ਹੀ ਆ ਕਿ ਹਰ ਬੰਦੇ ਦਾ ਜਿਹੜਾ ਦਿਲ ਹੈ ਉਹ ਕਿਸਾਨੀ ਨਾਲ ਹੈ ਤੇ ਉਹ ਆਪ ਹੀ ਜਾ ਰਿਹਾ, ਕੋਈ ਕਿਸੇ ਨੂੰ ਤੋੜ ਨਹੀਂ ਰਿਹਾ। ਮੈਨੂੰ ਕਈਆਂ ਦੇ ਇੱਥੋਂ ਫੋਨ ਆਉਂਦੇ, ਭਾਜੀ ਇੱਕ ਬਾਈਟ ਬਣਾ ਕੇ ਭੇਜੋ, ਅਸੀਂ ਵੀ ਉੱਥੋਂ ਜੱਥਾ ਲੈ ਕੇ ਚੱਲੇ ਆ। ਮੈਂ ਕਿਹਾ ਬਾਈਟ ਬਣਾ ਕੇ ਭੇਜਣ ਦੀ ਲੋੜ ਨਹੀਂ ਪੈਣੀ, ਸਭ ਦੇ ਦਿਲ 'ਚ ਹੈ ਕਿਸਾਨੀ, ਉਹਨਾਂ ਨੇ ਆਪ ਹੀ ਚੱਲ ਜਾਣਾ। ਜਿਵੇਂ ਇੱਥੋਂ ਜਹਾਜ਼ ਭਰ ਕੇ ਜਾ ਰਹੇ ਨੇ ਨਾ, ਅਜੇ ਤਾਂ ਫਲਾਈਟਾਂ ਬੜੀਆਂ ਘੱਟ ਆ, ਸਾਰੀਆਂ ਫੁੱਲ ਜਾ ਰਹੀਆਂ। ਜੇ ਕਿਤੇ ਫਲਾਈਟਾਂ ਖੁੱਲ ਜਾਣ ਤੇ ਮੈਨੂੰ ਲੱਗਦਾ ਕੈਨੇਡਾ, ਅਮਰੀਕਾ, ਇੰਗਲੈਂਡ ਜਿਹੜੇ ਕਿਸਾਨੀ ਦਰਦ ਨੂੰ ਸਮਝਦੇ ਆ ਨਾ, ਉਹ ਸਭ ਭਰੀਆਂ ਜਾਂਦੀਆਂ, ਬਹੁਤ ਪਹੁੰਚ ਰਹੇ ਆ। ਔਰ ਜਿਹੜੀ ਫਾਈਨੈਂਸ਼ੀਅਲੀ ਜਿਹੜੀ ਹੈਲਪ ਹੈਗੀ ਆ ਉਹ ਬਹੁਤ ਜ਼ਿਆਦਾ ਕਰ ਰਹੇ, ਬਿਨਾਂ ਕਹੇ ਤੋਂ ਬਹੁਤ ਜ਼ਿਆਦਾ। ਹਰ ਬੰਦਾ ਲੱਗਿਆ ਹੋਇਆ ਕਿ ਉੱਥੇ ਸਾਡਾ ਇੱਕ ਮਿੱਤਰ ਹੈਗਾ, ਅਸੀਂ ਸਰਪੰਚ ਸਾਹਿਬ ਨੂੰ ਉੱਥੇ ਭੇਜਿਆ, ਪੈਸੇ ਇਕੱਠੇ ਕਰਕੇ ਸਾਡੇ ਮਿੱਤਰਾਂ ਨੇ ਕਿ ਉੱਥੇ ਦੇ ਕੇ ਆਓ। ਉੱਥੇ ਜਦੋਂ ਗਏ ਉਹ ਤੇ ਜਿਹੜੇ ਉੱਥੇ ਮੇਨ ਸੀਗੇ ਉਹ ਕਹਿੰਦੇ ਸਾਨੂੰ ਪੈਸੇ ਨਹੀਂ ਚਾਹੀਦੇ, ਸਾਡੇ ਕੋਲ ਤਾਂ ਆਲਰੇਡੀ ਬਹੁਤ ਆ, ਸਾਡੇ ਕੋਲ ਜਿਹੜਾ ਹੈਗਾ ਖਾਣ ਪੀਣ ਦੀਆਂ ਰਸਤਾ ਬਹੁਤ ਜ਼ਿਆਦਾ, ਹਾਂ ਬਹੁਤ ਜ਼ਿਆਦਾ ਸਾਰੇ ਬੰਦੇ ਨਾਲ ਜੁੜੇ ਹੋਏ। ਬਿਲਕੁਲ, ਇਸ ਤੋਂ ਵਧੀਆ ਖੂਬਸੂਰਤੀ ਦੀ ਮਿਸਾਲ ਕੀ ਹੋ ਸਕਦੀ ਹੈ ਕਿਸੇ ਵੀ ਅੰਦੋਲਨ ਦੀ। ਨਛੱਤਰ ਜੀ, ਹੁਣ ਜਾ ਰਹੇ ਹੋ ਤੁਸੀਂ ਕੁਛ ਹੀ ਦਿਨਾਂ ਦੇ ਵਿੱਚ, ਸ਼ਾਇਦ ਦਿੱਲੀ ਤੋਂ ਹੀ ਤੁਹਾਡੀ ਇੰਟਰਵਿਊ ਮੈਂ ਕਰਾਂ ਜਦੋਂ ਉੱਥੇ ਬੈਠੇ ਹੋਣਗੇ ਕਿਸਾਨਾਂ ਦੇ ਵਿੱਚ, ਤਾਂ ਹੁਣ ਜਾ ਰਹੇ ਹੋ ਤਾਂ ਕੀ ਲੱਗਦਾ ਹੈ? ਨੋ ਡਾਊਟ ਇਸ ਵਕਤ ਦੇ ਵਿੱਚ ਬਹੁਤ ਸਾਰੇ ਇਮੋਸ਼ਨਸ ਨੇ। ਕਈ ਲੋਕ ਅਸੀਂ ਦੇਖਦੇ ਹਾਂ ਕਿ ਜਦੋਂ ਕਈ ਬਜ਼ੁਰਗ ਉੱਥੇ ਬੈਠੇ ਹੋਏ ਜਦੋਂ ਇੰਟਰਵਿਊ ਦਿੰਦੇ ਨੇ ਤਾਂ ਕੈਮਰੇ ਦੇ ਮੂਹਰੇ ਉਹਨਾਂ ਦੀ ਅੱਖਾਂ 'ਚੋਂ ਪਾਣੀ ਆ ਜਾਂਦਾ ਹੈ। ਹਾਲਾਂਕਿ ਹੌਸਲੇ ਨਹੀਂ ਘਟੇ, ਪਰ ਫਿਰ ਵੀ ਅੱਖਾਂ 'ਚੋਂ ਪਾਣੀ ਆ ਜਾਂਦਾ ਗੱਲਾਂ ਕਰਦੇ ਕਿ ਸਾਡਾ ਫਿਊਚਰ ਅੱਗੇ ਕੀ ਹੈ, ਸਾਨੂੰ ਸਮਝ ਨਹੀਂ ਆ ਰਹੀ, ਸਾਡੇ ਬੱਚਿਆਂ ਦਾ ਭਵਿੱਖ ਕੀ ਹੈ, ਨਹੀਂ ਸਮਝ ਪਾ ਰਹੇ ਅਸੀਂ, ਪਰ ਇਸੇ ਲਈ ਅਸੀਂ ਇਹ ਫਾਈਟ ਕਰਨੀ ਆ, ਚਾਹੇ ਅਸੀਂ ਮਰ ਵੀ ਜਾਈਏ। ਕਿੰਨੇ ਕਿਸਾਨ ਅਸੀਂ ਦੇਖ ਲੈ ਸ਼ਹੀਦੀਆਂ ਪਾ ਚੁੱਕੇ ਨੇ। ਔਰ ਹੁਣ ਕੀ ਲੱਗਦਾ ਹੈ, ਅਰਦਾਸ ਇੱਕ ਬਹੁਤ ਜ਼ਰੂਰੀ ਹੈ ਜਿਹੜੀ ਉਹਨਾਂ ਲਈ ਕਰਨੀ ਚਾਹੀਦੀ ਹੈ। ਸੋ ਨਛੱਤਰ ਗਿੱਲ ਜੀ, ਅਸੀਂ ਚਾਹਾਂਗੇ ਕਿ ਉਹ ਅਰਦਾਸ ਤੁਸੀਂ ਵੀ ਜ਼ਰੂਰ ਕਰੋ। ਜੀ, ਮੈਂ ਹਮੇਸ਼ਾ ਕਰਦਾ ਰਹਿਣਾ ਪੰਜਾਬੀਆਂ ਲਈ, ਪੰਜਾਬੀਅਤ ਲਈ ਹਮੇਸ਼ਾ ਅਰਦਾਸ ਕਰਦਾ ਰਹਿਣਾ। ਮੈਂ ਗਾਣਾ ਕੀਤਾ ਸੀਗਾ ਕਿ ਅਰਦਾਸ ਕਰਾਂ ਹਰ ਸਵਾਸ ਕਰਾਂ, ਮੇਰੇ ਪ੍ਰੀਤਮਾ ਜੀਓ, ਦਾਤਾ ਤੂੰ ਬਖਸ਼ਣ ਹਾਰਾ, ਸਤਿਗੁਰੂ ਤੂੰ ਬਖਸ਼ਣ ਹਾਰਾ, ਕਰ ਸਭ ਦਾ ਪਾਰ ਉਤਾਰਾ, ਮੇਰੇ ਪ੍ਰੀਤਮਾ ਜੀਓ, ਅਰਦਾਸ ਕਰਾਂ ਹਰ ਸਵਾਸ ਕਰਾਂ, ਮੇਰੇ ਪ੍ਰੀਤਮਾ ਜੀਓ। ਬਹੁਤ ਬਹੁਤ ਸ਼ੁਕਰੀਆ ਨਛੱਤਰ ਗਿੱਲ ਜੀ, ਬਹੁਤ ਸੋਹਣੀ ਤੁਸੀਂ ਅਰਦਾਸ ਕੀਤੀ। ਔਰ ਵਾਕਈ ਇਸ ਟਾਈਮ ਤਾਂ ਮੈਂ ਵੀ ਬਹੁਤ ਇਮੋਸ਼ਨਲ ਹੋ ਗਈ ਹਾਂ। ਸੋ ਸਾਡੀ ਕੋਸ਼ਿਸ਼ ਹੈ ਕਿ ਸਾਡੇ ਸਾਰਿਆਂ ਦੀ ਜਿਹੜੀ ਅਰਦਾਸ ਹੈ ਉਹ ਜ਼ਰੂਰ ਪਹੁੰਚੇ, ਔਰ ਜਿਹੜੀ ਲੜਾਈ ਇਸ ਵੇਲੇ ਲੜਨ ਦੇ ਲਈ ਖੜੇ ਹੋਏ ਆ, ਜਿਹੜੇ ਹੱਕੀ ਮੰਗਾਂ ਦੇ ਲਈ ਖੜੇ ਹੋਏ ਆ, ਉਹ ਜ਼ਰੂਰ ਪੂਰੀਆਂ ਹੋ ਜਾਣ। ਸੋ ਤੁਸੀਂ ਹੁਣ ਪਹੁੰਚੋ ਭਾਰਤ ਦੇ ਲੋਕਾਂ ਦੇ ਵਿੱਚ, ਉੱਥੇ ਅੰਦੋਲਨ ਦੇ ਵਿੱਚ ਬੈਠੋ, ਤੁਹਾਡਾ ਬੇਸਬਰੀ ਨਾਲ ਇੰਤਜ਼ਾਰ ਹੋ ਰਿਹਾ ਹੈ, ਕਿਉਂਕਿ ਤੁਹਾਡੇ ਵਰਗੇ ਲੋਕਾਂ ਦੇ ਨਾਲ ਹੀ ਉਹਨਾਂ ਨੂੰ ਬਹੁਤ ਜ਼ਿਆਦਾ ਜੋਸ਼ ਮਿਲਦਾ ਹੈ। ਜੀ, ਮੈਂ ਸਾਰਿਆਂ ਦਾ ਬਹੁਤ ਸ਼ੁਕਰਗੁਜ਼ਾਰ। ਟੀਵੀ ਪੰਜਾਬੀ ਸਾਡੇ ਸਮਝ ਲਓ ਘਰ ਦਾ ਚੈਨਲ ਹੈ ਇਹ, ਚੈਨਲ ਪੰਜਾਬੀ। ਸਹੀ, ਬਹੁਤ ਤੁਹਾਡਾ ਸਾਰਿਆਂ ਦਾ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਕਿ ਦਿਲ ਦੀਆਂ ਗੱਲਾਂ ਜਿਹੜੀਆਂ ਹੈਗੀਆਂ, ਕਿਉਂਕਿ ਸਾਰੇ ਇਮੋਸ਼ਨਸ ਜਿਹੜੇ ਇੱਥੇ ਜਿੰਨੇ ਪੰਜਾਬੀ ਵਸਦੇ ਆ ਸਭ ਉੱਥੇ ਫਿਜ਼ੀਕਲੀ ਤੌਰ ਤੇ ਇੱਥੇ ਆ, ਲੇਕਿਨ ਉਹਨਾਂ ਦਾ ਮਨ ਉੱਥੇ ਹੈ। ਸੋ ਜਲਦੀ ਸਾਰੇ ਮੈਂ ਵੀ ਪਹੁੰਚ ਰਿਹਾ, ਸਾਰੇ ਜਿੰਨੇ ਪੰਜਾਬ 'ਚ ਮੈਨੂੰ ਸੁਣ ਰਹੇ ਜਾਂ ਜਿੱਥੇ ਵੀ ਸੁਣ ਰਹੇ ਆ, ਜੇ ਜਾ ਸਕਦੇ ਆ ਤੇ ਜ਼ਰੂਰ ਜਾ ਕੇ ਹਿੱਸਾ ਪਾਈਏ ਆਪਣਾ, ਤੇ ਅਸੀਂ ਸੰਘਰਸ਼ ਦਾ ਹਿੱਸਾ ਬਣੀਏ ਤੇ ਬਸ ਆਪਣੀਆਂ ਮੰਗਾਂ ਜਿਹੜੀਆਂ ਉਹ ਮਨਵਾ ਕੇ ਆਈਏ ਉੱਥੋਂ, ਕਿਉਂਕਿ ਬਹੁਤ ਵੱਡਾ ਸੰਘਰਸ਼ ਹੈ। ਇਸ ਸਦੀ ਦਾ ਨਹੀਂ ਕਹਿ ਸਕਦੇ, ਮੈਂ ਅੱਜ ਤੱਕ ਇੱਦਾਂ ਦਾ ਸੰਘਰਸ਼ ਕਦੇ ਆਪਣੀ ਲਾਈਫ 'ਚ ਤਾਂ ਨਹੀਂ ਦੇਖਿਆ। ਆਪਾਂ ਸਾਰੇ ਹਿੱਸਾ ਪਾਈਏ ਤੇ ਆਪਣੇ ਜਿਹੜੇ ਜੋ ਸਾਡੀਆਂ ਮੰਗਾਂ ਹੈਗੀਆਂ ਉਹਨਾਂ ਨੂੰ ਮਨਵਾ ਕੇ ਆਈਏ। ਜੀ, ਬਹੁਤ ਬਹੁਤ ਸ਼ੁਕਰੀਆ ਨਛੱਤਰ ਗਿੱਲ ਜੀ ਗੱਲਬਾਤ ਕਰਨ ਦੇ ਲਈ। ਮਿਹਰਬਾਨੀ। ਸੋ ਨਛੱਤਰ ਗਿੱਲ ਦੀ ਅਸੀਂ ਅਰਦਾਸ ਵੀ ਸੁਣੀ। ਇਹੀ ਅਰਦਾਸ ਹਰ ਇਨਸਾਨ, ਹਰ ਕਿਸਾਨੀ ਨਾਲ ਜੁੜਿਆ ਬੰਦਾ, ਜਿਹੜਾ ਕਿਸਾਨ ਅੰਦੋਲਨ ਨੂੰ ਵੀ ਸਪੋਰਟ ਕਰ ਰਿਹਾ, ਹਰ ਉਹ ਸ਼ਖਸ ਸਿਰਫ ਅਰਦਾਸ ਹੀ ਕਰ ਰਿਹਾ ਕਿ ਕਿਤੇ ਨਾ ਕਿਤੇ ਜਲਦੀ ਹੱਲ ਨਿਕਲੇ ਤੇ ਕਿਸਾਨ ਆਪਣੇ ਘਰਾਂ ਨੂੰ ਮੁੜਨ, ਜਿਹੜੇ ਕੜਕ ਦੀ ਠੰਡ ਦੇ ਵਿੱਚ ਅੰਦੋਲਨ ਦੇ ਵਿੱਚ ਜੁਟੇ ਹੋਏ ਨੇ। ਸੋ ਇੱਕ ਪਾਸੇ ਸਰਕਾਰ ਨੂੰ ਇਹ ਮੈਸੇਜ ਦੇਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਕਿ ਸਰਕਾਰ ਵੀ ਆਪਣਾ ਅੜੀਅਲ ਰਵੱਈਆ ਜਿਹੜਾ ਉਹ ਘਟਾ ਦੇਵੇ। ਸੋ ਨਛੱਤਰ ਗਿੱਲ ਵੀ ਹੁਣ ਕੁਝ ਹੀ ਦਿਨਾਂ ਦੇ ਵਿੱਚ ਦਿੱਲੀ ਅੰਦੋਲਨ ਦੇ ਵਿੱਚ ਕਿਸਾਨਾਂ ਦੇ ਨਾਲ ਬੈਠੇ ਦੇਖਣਗੇ, ਉਹਨਾਂ ਨੂੰ ਹੌਸਲਾ ਜਿਹੜਾ ਦੇਣਗੇ, ਤੇ ਬਹੁਤ ਸਾਰੇ ਅਜਿਹੇ ਕਲਾਕਾਰ ਹੋਰ ਵੀ ਲਗਾਤਾਰ ਕਿਸਾਨ ਅੰਦੋਲਨ ਦੇ ਵਿੱਚ ਜੁਟੇ ਹੋਏ ਨੇ। ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਤੇ ਨਾ ਕਿਤੇ ਕਿਸਾਨਾਂ ਨੂੰ ਇਸ ਵੇਲੇ ਜਿਸ ਬਲ ਦੀ, ਜਿਸ ਹੌਸਲੇ ਦੀ, ਜਿਸ ਹਿੰਮਤ ਦੀ ਲੋੜ ਹੈ, ਉਹ ਕਿਸੇ ਵੀ ਤਰੀਕੇ ਨਾਲ ਪਹੁੰਚਾਈ ਜਾ ਸਕੇ। ਕੱਲ੍ਹ ਤੋਂ ਫਿਰ ਨਵੇਂ ਅਪਡੇਟ ਨਾਲ ਮਿਲਾਂਗੇ ਮਾਰਨਿੰਗ ਸ਼ੋਅ ਦੇ ਵਿੱਚ। ਇਜਾਜ਼ਤ ਦਿਓ, ਸਤਿ ਸ਼੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ
ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।